ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੇ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੋਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਆਪ ਜੀ ਨਗਰ ਨਿਵਾਸੀ ਔਰ ਇਲਾਕਾ ਨਿਵਾਸੀ ਔਰ ਦੂਰ ਦੁਰਾਡੇ ਤੋਂ ਸੰਗਤਾਂ ਗੁਰੂ ਚਰਨਾਂ ਵਿੱਚ ਸੰਧਿਆ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰੂ ਕੀ ਬਾਣੀ ਦਾ ਕੀਰਤਨ, ਰਹਿਰਾਸ ਸਾਹਿਬ ਦੇ ਪਾਠ ਦਾ ਲਾਹਾ ਲਿਆ ਹੈ। ਉਪਰੰਤ ਗੁਰੂ ਕੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲ ਰਿਹਾ ਹੈ। ਗਰੀਬ ਨਵਾਜ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਸਰਬੰਸਦਾਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਲੰਬੇ ਸਮੇਂ ਤੋਂ ਨਿੱਤਾ ਪ੍ਰਤੀ ਵਿਚਾਰਦੇ ਆ ਰਹੇ ਹਾਂ। ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਵਿਰਾਜ ਰਹੇ ਹਨ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬਹੁਤ ਸਾਰੀਆਂ ਗੁਰੂ ਕੀਆਂ ਸੰਗਤਾਂ ਪਹੁੰਚ ਰਹੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ੁਭ ਉਪਦੇਸ਼ ਦੇ ਕੇ ਸਭ ਨੂੰ ਨਿਹਾਲ ਕਰ ਰਹੇ ਹਨ। ਇੰਨੇ ਸਮੇਂ ਵਿੱਚ ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਬੀਬੀ ਆਈ, ਆ ਕੇ ਸਤਿਗੁਰੂ ਜੀ ਦੇ ਨੇੜੇ ਪਹੁੰਚੀ, ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਇੰਨੇ ਅਥਰੂ ਇਹਨੇ ਆਪਣੀਆਂ ਅੱਖਾਂ ਦੇ ਵਿੱਚੋਂ, ਨੇਤਰਾਂ ਦੇ ਵਿੱਚੋਂ ਕੇਰੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਸਤਰ ਭਿਉਂ ਦਿੱਤੇ। ਸਤਿਗੁਰੂ ਨੇ ਪੁੱਛਿਆ, ਪੁੱਤਰੀ ਬੇਟੀ ਤੈਨੂੰ ਕੀ ਦੁੱਖ ਹੈ, ਕਿਉਂ ਇਸ ਤਰ੍ਹਾਂ ਵਿਰਲਾਪ ਕਰ ਰਹੀ ਹੈ? ਤਾਂ ਇਹਨੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਦੂਰ ਦੇਸ਼ ਤੋਂ ਆਪਣੇ ਪਤੀ ਦੇ ਨਾਲ ਚੱਲ ਕੇ ਸਿੰਧ ਇਲਾਕੇ ਵਿੱਚੋਂ, ਕਾਬਲ ਕੰਧਾਰ ਦੇ ਇਲਾਕੇ ਵਿੱਚੋਂ ਆਪ ਜੀ ਦੇ ਚਰਨਾਂ ਦੇ ਵਿੱਚ ਆਈ ਸਾਂ। ਜਲਾਲਾਬਾਦ ਸ਼ਹਿਰ ਤੋਂ ਚੱਲ ਕੇ ਮੇਰੇ ਪਤੀ ਨੂੰ ਰਸਤੇ ਵਿੱਚ ਕੁਝ ਬਾਟਪਾਰਾਂ ਨੇ, ਕੁਝ ਧਾੜਵੀਆਂ ਨੇ, ਕੁਝ ਡਾਕੂਆਂ ਨੇ, ਤੁਰਕਾਂ ਨੇ, ਗੁੱਜਰਾਂ ਨੇ ਮਾਰ ਦਿੱਤਾ ਹੈ। ਹੁਣ ਮੈਂ ਵਿਧਵਾ ਹੋ ਗਈ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸੋ ਮੈਂ ਕੀ ਕਰਾਂ, ਕਿਵੇਂ ਜ਼ਿੰਦਗੀ ਬਤੀਤ ਕਰਾਂ? ਮੇਰਾ ਤਾਂ ਇਸ ਪੰਜਾਬ ਦੇਸ਼ ਦੇ ਵਿੱਚ ਕੋਈ ਜਾਣਕਾਰ ਵੀ ਨਹੀਂ ਹੈ ਜਿਸ ਦੇ ਕੋਲ ਰਹਿ ਸਕਾਂ, ਟਿਕ ਸਕਾਂ, ਜਾਂ ਜੋ ਮੈਨੂੰ ਮੇਰੇ ਘਰ ਤੱਕ ਪਹੁੰਚਾ ਸਕੇ। ਆਪ ਜੀ ਕਿਰਪਾ ਕਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਧੀਰਜ ਦੇ ਕੇ ਉਸ ਗੁਰਸਿੱਖਣੀ ਨੂੰ ਆਪਣੇ ਕੋਲ ਬਿਠਾ ਲਿਆ। ਆਖਿਆ, ਧੀਏ ਇੱਥੇ ਬਹਿ ਜਾ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਆਉਣਾ ਜਾਣਾ ਉਹ ਪਰਮੇਸ਼ਰ ਦਾ ਭਾਣਾ ਹੈ। ਤੁਹਾਡੇ ਪਤੀ ਦੀ ਔਧ ਪੁੱਗ ਗਈ ਸੀ, ਸਮਾਂ ਪੂਰਾ ਹੋ ਗਿਆ ਸੀ, ਇਸ ਕਰਕੇ ਉਹ ਚੜ੍ਹਾਈ ਕਰ ਗਏ ਹੈ। ਤੁਹਾਡੇ ਦੁੱਖ ਨੂੰ ਅਸੀਂ ਬਾਖੂਬੀ ਸਮਝਦੇ ਹਾਂ। ਇਸ ਤਰ੍ਹਾਂ ਧੀਰਜ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬਿਠਾ ਲਿਆ। ਉੱਧਰ ਗੁਰੂ ਕੀਆਂ ਸੰਗਤਾਂ ਨੂੰ ਹੁਕਮ ਕੀਤਾ ਕਿ ਖਾਲਸਾ ਜੀ, ਕਿਸੇ ਵੀ ਖਾਲਸੇ ਨੇ ਕਦੇ ਸ਼ਾਸਤਰ ਦਾ ਵਿਸਾਹ ਨਹੀਂ ਕਰਨਾ। ਹਮੇਸ਼ਾ ਸ਼ਾਸਤਰਾਂ ਨੂੰ ਗਾਤਰੇ ਪਾ ਕੇ ਆਪਣੇ ਤਨ ਦੇ ਉੱਤੇ ਸਜਾ ਕੇ ਰੱਖਣਾ ਹੈ। ਅਸ ਕਿਰਪਾਨ ਖੰਡੋ ਖੜਗ ਤੁਪ ਕਤਬਰ ਆਰ ਤੀਰ, ਸਾਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸ਼ਤਰ ਭੇਅੰ ਨਮਸਕਾਰ ਤੇਅੰ। ਕਿਰਪਾਨ ਪਾਨ ਧਾਰੀਅਨ, ਕਰੋੜ ਪਾਪ ਟਾਰੀਅਨ। ਇਹ ਸ਼ਸਤਰਾਂ ਨੂੰ ਧਾਰਨ ਕਰਨ ਦੇ ਨਾਲ ਕਰੋੜਾਂ ਪਾਪ ਵਿਘਨ ਦੂਰ ਹੁੰਦੇ ਹੈ। ਅਤੇ ਅਸੀਂ ਸ਼ਾਸਤਰ ਰੂਪ ਹੋ ਕੇ ਹਰ ਗੁਰੂ ਕੇ ਸਿੱਖ ਦੇ ਨਾਲ ਰਹਿੰਦੇ ਹਾਂ। ਇਹ ਬੀਬੀ ਦੇ ਪਤੀ ਦੇ ਕੋਲ ਹਥਿਆਰ ਨਹੀਂ ਸੀ, ਸ਼ਾਸਤਰ ਨਹੀਂ ਸੀ, ਨਿਹੱਥਾ ਸੀ, ਜਿਸ ਕਰਕੇ ਵੈਰੀਆਂ ਨੇ ਇਹਦੇ ਉੱਤੇ ਹੱਲਾ ਕੀਤਾ ਅਤੇ ਉਹਨੂੰ ਮਾਰ ਮੁਕਾਇਆ।
ਹੁਕਮਨਾਮੇ ਵੀ ਲਿਖ ਕੇ ਸੰਗਤਾਂ ਨੂੰ ਭੇਜ ਦਿੱਤੇ। ਸਾਰੀਆਂ ਸੰਗਤਾਂ ਨੇ ਜਿੱਥੇ ਵੀ ਪੜ੍ਹਿਆ ਸੁਣਿਆ, ਗੁਰੂ ਕੀਆਂ ਸੰਗਤਾਂ ਨੇ ਸ਼ਾਸਤਰਾਂ ਨੂੰ ਮਿੱਤਰ ਮੰਨਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਦਾ ਹੁਕਮ ਮੰਨ ਕੇ ਸ਼ਸਤਰ ਧਾਰਨ ਕਰਕੇ ਰੱਖਣ ਲੱਗ ਪਏ। ਇਸ ਤਰ੍ਹਾਂ ਜਦੋਂ ਗੁਰੂ ਕੀਆਂ ਸੰਗਤਾਂ ਯਾਤਰਾ 'ਤੇ ਆਉਂਦੀਆਂ, ਸਤਿਗੁਰੂ ਦੇ ਚਰਨਾਂ ਵਿੱਚ ਦਰਸ਼ਨ ਕਰਨ ਆਉਂਦੀਆਂ, ਜੇਕਰ ਕੋਈ ਧਾੜਵੀ ਲੁਟੇਰਾ ਉਹਨਾਂ ਨੂੰ ਰਾਹ ਵਿੱਚ ਘੇਰਦਾ ਅਤੇ ਸ਼ਸਤਰਧਾਰੀ ਗੁਰੂ ਕੇ ਸਿੱਖ ਅੱਗੋਂ ਉਹਨਾਂ ਨੂੰ ਤਕੜੇ ਹੋ ਕੇ ਟੱਕਰਦੇ, ਕਈਆਂ ਨੂੰ ਮਾਰ ਮੁਕਾਉਂਦੇ ਅਤੇ ਕਈ ਜੇਕਰ ਆਪ ਵੀ ਸ਼ਹੀਦ ਹੋ ਜਾਂਦੇ, ਵੀਰਗਤੀ ਨੂੰ ਪ੍ਰਾਪਤ ਹੁੰਦੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਕਿ ਸੰਗਤ ਸ਼ਸਤਰਧਾਰੀ ਰਹਿਣ ਲੱਗ ਪਈ ਹੈ। ਸੋ ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਸੁਨੇਹਾ ਜਿੱਥੋਂ ਤੱਕ ਵੀ ਗਿਆ, ਮਿੱਤਰਾਂ ਨੇ ਮਿੱਤਰਾਂ ਨੂੰ, ਦੋਸਤਾਂ ਨੇ ਦੋਸਤਾਂ ਨੂੰ, ਪਿਆਰਿਆਂ ਨੇ ਪਿਆਰਿਆਂ ਨੂੰ ਅੱਗੇ ਪ੍ਰੇਰਨਾ ਕਰਕੇ ਸ਼ਸਤਰ ਧਾਰਨ ਕਰਵਾਏ। ਅੰਮ੍ਰਿਤਧਾਰੀ ਬਣੇ, ਖੰਡੇ ਕੀ ਪਾਹੁਲ ਛਕ ਕੇ ਬਹੁਤ ਸਾਰੇ ਸਿੰਘ ਸੱਜ ਗਏ। ਸੋ ਇੱਥੋਂ ਤੱਕ ਆਪਾਂ ਇਹ ਕੱਲ੍ਹ ਪ੍ਰਸੰਗ ਸਰਵਣ ਕਰ ਰਿਹਾ ਸੀ। ਅੱਗੇ ਜਿਵੇਂ ਇਸੇ ਅਧਿਆਏ ਦੇ ਵਿੱਚ 15ਵੇਂ ਬੰਦ ਤੋਂ 15ਵੇਂ ਪਦੇ ਤੋਂ ਕਥਾ ਸ਼ੁਰੂ ਹੁੰਦੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਹਿਬ ਸਤਿਗੁਰੂ ਜੀ ਸਿੱਖਾਂ ਦੇ ਤੇ ਆਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ਼ਾਸਤਰ ਵੀ ਬਖਸ਼ ਦਿੱਤੇ। ਉਸ ਤੋਂ ਬਾਅਦ ਇੱਕ ਸਾਲ ਪੱਤਰ ਦਿੱਤਾ, ਜਿਹੜਾ ਸਾਲ ਰੁੱਖ ਦਾ ਪੱਤਾ ਹੁੰਦਾ ਹੈ ਅਤੇ ਇਹ ਐਸਾ ਪੱਤਾ ਹੁੰਦਾ ਹੈ, ਡੂੰਘੇ ਤੋਂ ਡੂੰਘੇ ਜ਼ਖਮ ਦੇ ਉੱਤੇ ਵੀ ਲਾ ਕੇ ਅਤੇ ਉੱਪਰੋਂ ਪੱਟੀ ਬੰਨ੍ਹ ਦਿੱਤੀ ਜਾਵੇ, ਸਵੇਰ ਤੱਕ ਜ਼ਖਮ ਰਾਜੀ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਇਹ ਸਾਲ ਪੱਤਰ ਮੰਗਵਾ ਕੇ ਗੁਰੂ ਕੀਆਂ ਸੰਗਤਾਂ ਨੂੰ ਦਿੱਤੇ। ਨਾਲ ਇਹ ਵਿਧੀ ਦੱਸੀ, ਇਹ ਤਰੀਕਾ ਦੱਸਿਆ ਵੀ ਇਹਨੂੰ ਲਾਉਣਾ ਕਿਵੇਂ ਹੈ, ਔਰ ਇਹਨੂੰ ਲਾਉਣ ਕਰਕੇ ਜ਼ਖਮ ਮਿਟੈ ਘਾਇਲ ਖਰੋ। ਕਹਿੰਦੇ ਬਹੁਤਾ ਖਰਾ ਘਾਇਲ ਹੋਵੇ ਨਾ, ਵੱਡਾ ਕੋਈ ਜ਼ਖਮੀ ਹੋਇਆ ਹੋਵੇ ਸੂਰਮਾ, ਕਹਿੰਦੇ ਉਹਦੇ ਜ਼ਖਮਾਂ ਦੇ ਉੱਤੇ ਲਾ ਦਿਓ ਅਤੇ ਉਹ ਤੁਰੰਤ ਹੀ ਠੀਕ ਕਰ ਦਿੰਦਾ ਹੈ। ਗੁਰਮ ਦਾ ਰਹਿਣ ਵਾਲਾ ਇੱਕ ਸ਼ਾਹ ਸਿਕੰਦਰ ਪੰਜਾਬ ਦੇ ਵਿੱਚ ਆਇਆ ਹੈ। ਇੱਕ ਤਾਂ ਸ਼ਾਹ ਸਿਕੰਦਰ ਬਾਦਸ਼ਾਹ ਹੋਇਆ ਖਾਲਸਾ ਜੀ, ਉਹ ਨਹੀਂ, ਉਹਦਾ ਜ਼ਿਕਰ ਨਹੀਂ ਹੈ ਇੱਥੇ। ਇਹ ਇੱਕ ਹਕੀਮ ਹੋਇਆ ਸ਼ਾਹ ਸਿਕੰਦਰ, ਇਹ ਕਹਿੰਦੇ ਪੰਜਾਬ ਵਿੱਚ ਆਇਆ। ਅਤੇ ਇਹਦੇ ਘਰ ਵਿੱਚ ਇਹਦੇ ਕੋਲੇ ਇੱਕ ਇਲਮ ਸੀ ਚਿਕਿਤਸਾ ਦਾ, ਇਹਦੇ ਕੋਲੇ ਇੱਕ ਜੜੀ ਬੂਟੀ ਸੀ। ਇਸ ਤਰ੍ਹਾਂ ਦਾ ਇਹਨੂੰ ਜਿਹੜਾ ਇਲਾਜ ਆਉਂਦਾ ਸੀ, ਜਿਹੜਾ ਬਹੁਤ ਛੇਤੀ ਇਹ ਸਾਲ ਪੱਤਰ ਦੇ ਨਾਲ ਜ਼ਖਮ ਨੂੰ ਠੀਕ ਕਰਦਾ ਸੀ। ਅਤੇ ਇਹਦੇ ਜਿਹੜੇ ਤਾਲਬ ਵਿਦਿਆਰਥੀ ਸੀ, ਉਹਨਾਂ ਨੇ ਬੜੀ ਸ਼ਤਾਬ ਕਾਹਲੀ ਕੀਤੀ ਕਿ ਸਾਨੂੰ ਦੱਸੋ, ਸਾਨੂੰ ਵੀ ਇਹ ਗੁਰ ਦਿਓ, ਸਾਨੂੰ ਵੀ ਸਿਖਾਓ ਇਹ ਦਵਾਈ ਕਿਵੇਂ ਤਿਆਰ ਹੁੰਦੀ ਹੈ। ਪਰ ਇਹਨੇ ਕਿਸੇ ਨੂੰ ਦੱਸਿਆ ਨਹੀਂ ਸੀ। ਇਹ ਸ਼ਾਹ ਸਿਕੰਦਰ ਹਕੀਮ ਦੇ ਘਰ ਵਿੱਚ ਜਿਹੜੀ ਇਹ ਹਕਮਤ ਦੀ ਵਿੱਦਿਆ ਸੀ, ਚਿਕਿਤਸਾ ਦੀ ਵਿੱਦਿਆ ਸੀ, ਪਿਛਲੇ 50 ਸਾਲਾਂ ਤੋਂ ਇਹਦੇ ਘਰ ਦੇ ਵਿੱਚ ਹੈ ਸੀ। ਅਤੇ ਗੁਰਮ ਤੋਂ ਚੱਲ ਕੇ ਇਹਨੇ ਆ ਕੇ ਲੁਧਕ ਨਗਰ ਵਿੱਚ, ਭਾਵ ਲੁਧਿਆਣੇ ਵਿੱਚ ਆ ਕੇ ਇਹਨੇ ਨਿਵਾਸ ਕੀਤਾ। ਲੁਧਿਆਣੇ ਦਾ ਪਹਿਲਾ ਨਾਂ ਲੁਧਕ ਨਗਰ ਰਿਹਾ, ਕਿਉਂਕਿ ਬਹੁਤ ਸਾਰੇ ਪਿੰਡਾਂ ਸ਼ਹਿਰਾਂ ਦੇ ਨਾਂ ਉਹ ਬਦਲਦੇ ਆਏ ਆ, ਬਦਲ ਜਾਂਦੇ ਆ ਸਮਾਂ ਪੈਣ 'ਤੇ। ਜਿਵੇਂ ਕਦੇ ਕਲਕੱਤਾ ਕਿਹਾ ਜਾਂਦਾ, ਕਦੇ ਕੈਲਕੱਟਾ, ਕਦੇ ਕੋਲਕਾਤਾ, ਕਦੇ ਬੰਬੇ, ਕਦੇ ਮੁੰਬਈ, ਇਸ ਤਰ੍ਹਾਂ ਹੋਰ ਵੀ ਵੱਖ-ਵੱਖ ਸ਼ਹਿਰਾਂ ਦੇ ਨਾਮ ਹੈ। ਸੋ ਨਾਮ ਪਿੰਡਾਂ ਸ਼ਹਿਰਾਂ ਦੇ ਇੱਦਾਂ ਬਦਲਦੇ ਆਉਂਦੇ ਹੈ। ਅਤੇ ਇਹ ਜਿਹੜਾ ਲੁਧਿਆਣਾ ਸ਼ਹਿਰ ਹੈ, ਇਹਦਾ ਪਹਿਲਾ ਨਾਮ ਹੈ ਲੁਧਕ ਨਗਰ। ਅਤੇ ਇਹਦੇ ਵਿੱਚ ਆ ਕੇ ਇਹ ਸ਼ਾਹ ਸਿਕੰਦਰ ਹਕੀਮ ਰਹਿਣ ਲੱਗਿਆ। 7 ਵਸਤ ਚਹਿਤਾਸ, ਅਤੇ ਇਹਦੇ ਮਨ ਦੀ ਚਾਹਨਾ ਸੀ, ਇਹਦੇ ਮਨ ਦੀ ਇੱਛਾ ਸੀ ਕਿ ਮੈਂ 7 ਵਸਤੂ ਦੀ ਪ੍ਰਾਪਤੀ ਕਰਾਂ। ਰੱਬ ਦੇ ਨਾਮ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਉਹ 7 ਵਸਤੂ ਮੈਨੂੰ ਪ੍ਰਾਪਤ ਹੋ ਜਾਏ, ਜਿਹੜੀ ਸਦੀਵ ਕਾਲ ਸੱਤ ਹੈ, ਜਿਹਦੇ ਨਾਲ ਕੋਈ ਰੋਗ ਕਦੇ ਹੁੰਦਾ ਹੀ ਨਹੀਂ।
ਕਹਿੰਦੇ 50 ਸਾਲ ਹੋ ਗਏ ਸਨ ਇਹਨੂੰ ਪੰਜਾਬ ਵਿੱਚ ਲੁਧਿਆਣੇ ਵਿੱਚ ਰਹਿੰਦਿਆਂ। ਜਦੋਂ ਇਹਦੀ 1 ਸਾਲ ਉਮਰ ਬਾਕੀ ਰਹਿ ਗਈ, ਭਾਵ ਇਹਦੀ ਮੌਤ ਤੋਂ 1 ਸਾਲ ਪਹਿਲਾਂ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਸੋ ਸਰਰਵਾਲ, ਸੋ ਜਿਹੜੇ ਇਹ ਪਹਾੜੀਆਂ ਦਾ ਇਲਾਕਾ ਸੀਗਾ, ਸੋ ਇਸ ਇਲਾਕੇ ਦੇ ਵਿੱਚ ਆ ਕੇ ਮਿਲਿਆ ਹੈ। ਹਾਂ, ਰਵਾਲਸਰ ਦੀ ਧਰਤੀ ਦੇ ਉੱਤੇ ਆ ਕੇ ਸਤਿਗੁਰੂ ਨੂੰ ਮਿਲਿਆ ਅਤੇ 1 ਸਾਲ ਰਿਹਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ। ਅਤੇ ਜਦੋਂ ਮਰਨੋ ਸਮੇਂ ਦਾ ਅੰਤ ਸਮਾਂ ਆਇਆ, ਮੌਤ ਦਾ ਸਮਾਂ ਆਇਆ, ਦੀਨਸ ਵਿਦਿਆ ਪਾਥ, ਉਸ ਵੇਲੇ ਇਹਨੇ ਆਪਣੀ ਵਿਦਿਆ ਜਿਹੜੀ ਇਹਦੀ ਚਿਕਿਤਸਾ ਦੀ ਵਿਦਿਆ, ਹਿਕਮਤ ਦੀ ਵਿਦਿਆ ਸੀ, ਉਹਦਾ ਪਾਥ ਭਾਵ ਰਸਤਾ, ਉਹਦਾ ਰਸਤਾ ਦੱਸਿਆ, ਉਹਦਾ ਗੁਰ ਦੱਸ ਦਿੱਤਾ ਗੁਰੂ ਘਰ ਵਿੱਚ ਕਿ ਇਹ ਦਵਾਈ ਕਿਵੇਂ ਤਿਆਰ ਹੁੰਦੀ ਹੈ। ਇਸ ਪ੍ਰਕਾਰ ਉਹ ਸ਼ਾਹ ਸਿਕੰਦਰ ਹਕੀਮ ਤੋਂ ਗੁਰੂ ਘਰ ਦੇ ਵਿੱਚ ਇਹ ਸਾਲ ਪੱਤਰ ਦੀ ਜਿਹੜੀ ਵਿਦਿਆ, ਸਾਲ ਪੱਤਰ ਨਾਲ ਜ਼ਖਮ ਨੂੰ ਠੀਕ ਕਰਨ ਦੀ ਵਿਦਿਆ, ਇਹ ਗੁਰੂ ਘਰ ਵਿਖੇ ਆਈ। ਕਹਿੰਦੇ ਜਿੰਨਾ ਮਰਜੀ ਵੱਡਾ ਕੋਈ ਜ਼ਖਮੀ ਹੋਵੇ, ਜਿੰਨਾ ਮਰਜੀ ਵੱਡਾ ਜ਼ਖਮ ਹੋਵੇ, ਜਿਹਦੇ ਵੀ ਇਹ ਸਾਲ ਪੱਤਰ ਲਾ ਦਿੱਤਾ ਜਾਂਦਾ ਸੀ ਤੇ ਤੁਰੰਤ ਹੀ ਉਹ ਠੀਕ ਹੋ ਜਾਂਦਾ ਸੀ। ਇੱਧਰ ਇਹ ਜਿਹੜੀ ਸਿੱਖਣੀ ਬੀਬੀ ਸੀ, ਗੁਰਸਿੱਖਣੀ, ਜਿਹਦਾ ਪਤੀ ਚੜ੍ਹਾਈ ਕਰ ਗਿਆ ਸੀ, ਸੋ ਉਹ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠੀ ਹੈ। ਸਤਿਗੁਰੂ ਜੀ ਨੂੰ ਮੱਥਾ ਟੇਕਿਆ, ਮਨ ਦੀ ਜਿਹੜੀ ਇਹਦੀ ਕਾਮਨਾ ਸੀ, ਭਾਵਨਾ ਸੀ, ਉਹ ਪੂਰਨ ਹੋਈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਬਚਨ ਕੀਤੇ। ਫਿਰ ਉਸ ਇਲਾਕੇ ਦੀ ਜਿਹੜੀ ਸੰਗਤ ਆਈ ਸੀ, ਜ਼ਿੰਮੇਵਾਰੀ ਦੇ ਨਾਲ ਸਤਿਗੁਰੂ ਜੀ ਨੇ ਉਹਨਾਂ ਦੇ ਨਾਲ ਇਸ ਵਿਧਵਾ ਬੀਬੀ ਨੂੰ ਭੇਜਿਆ। ਇਹ ਆਪਣੇ ਦੇਸ਼, ਆਪਣੇ ਘਰ ਜਲਾਲਾਬਾਦ ਸਿੰਧ ਇਲਾਕੇ ਦੇ ਵਿੱਚ ਚਲੀ ਗਈ। ਸੋ ਗਈ ਆਪਣੇ ਦੇਸ਼ ਕੋ ਜਪਤ ਰਹੀ ਗੁਰਸਾਚ, ਆਪਣੇ ਦੇਸ਼ ਆਪਣੇ ਘਰ ਵਾਪਸ ਚਲੀ ਗਈ। ਅਤੇ ਇਸੇ ਤਰ੍ਹਾਂ ਸਾਰੀ ਉਮਰ ਫਿਰ ਗੁਰੂ ਗੁਰੂ ਜਪਦੀ ਰਹੀ, ਸੱਚ ਦੇ ਨਾਲ ਜੁੜੀ ਰਹੀ। ਮਨ ਦੇ ਵਿੱਚ ਸ਼ਾਂਤੀ ਆ ਗਈ, ਕਿਉਂਕਿ ਸਤਿਗੁਰਾਂ ਨੇ ਬਚਨ ਕਰ ਦਿੱਤੇ, ਸਮਝਾ ਦਿੱਤਾ ਕਿ ਬੀਬੀ ਤੂੰ ਆਪਣਾ ਪੂਰਾ ਜੀਵਨ ਕਿਵੇਂ ਗੁਰਸਿੱਖੀ ਰਹਿਤ ਮਰਿਆਦਾ ਵਿੱਚ ਟਿਕ ਕੇ ਕੱਟਣਾ ਹੈ, ਕਿਵੇਂ ਜ਼ਿੰਦਗੀ ਬਤੀਤ ਕਰਨੀ ਹੈ। ਇਹਨੂੰ ਅੰਮ੍ਰਿਤ ਛਕਾਇਆ, ਸ਼ਸਤਰ ਧਾਰੀ ਕੀਤਾ ਬੀਬੀ ਨੂੰ। ਸੋ ਇਹ ਬੀਬੀ ਵਾਪਸ ਆਪਣੇ ਘਰ ਚਲੇ ਗਈ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਕੇ ਤਾਂ ਹਰ ਪ੍ਰਕਾਰ ਦਾ ਹੀ ਦੁੱਖ ਦੂਰ ਹੋ ਜਾਂਦਾ ਹੈ। ਸੋ ਜਿਹੜਾ ਇਹ ਵਿਛੋੜੇ ਦਾ ਦੁੱਖ ਸੀ, ਇਹ ਘਟ ਗਿਆ। ਬੀਬੀ ਹੌਲੀ ਹੌਲੀ ਨਾਮ ਬਾਣੀ ਦੇ ਰੰਗ ਦੇ ਵਿੱਚ ਰੰਗੀ ਗਈ, ਕਾਫੀ ਦਿਨ ਰਹੀ। ਉਸ ਤੋਂ ਬਾਅਦ ਇਹ ਵਾਪਸ ਗਈ ਹੈ। ਜਿਵੇਂ ਇੱਕ ਜੱਲਣ ਭਗਤ ਜੀ ਹੋਏ ਹੈ, ਜੱਲਣ ਜੱਟ ਜਾਂ ਜੱਲਣ ਭਗਤ, ਉਹਨਾਂ ਨੂੰ ਕਹਿ ਕੇ ਯਾਦ ਕੀਤਾ ਜਾਂਦਾ ਹੈ। ਉਹਨਾਂ ਦੇ ਕੋਲੇ ਵੀ ਇਸੇ ਤਰ੍ਹਾਂ ਇੱਕ ਵਿਧਵਾ ਬੀਬੀ ਗਈ, ਕਹਿਣ ਲੱਗੀ ਭਗਤ ਜੀ ਮੈਂ ਵਿਧਵਾ ਹੋ ਗਈ ਹਾਂ, ਹੁਣ ਮੈਂ ਆਪਣਾ ਪੂਰਾ ਜੀਵਨ ਕਿਵੇਂ ਗੁਜ਼ਾਰਾਂ, ਕਿਵੇਂ ਗੁਜ਼ਰਾਨ ਹੋਵੇ ਮੇਰਾ, ਅਤੇ ਮੈਨੂੰ ਕੋਈ ਸ਼ੁਭ ਉਪਦੇਸ਼ ਦਿਓ ਜਿਸ ਕਰਕੇ ਮੇਰੇ ਮਨ ਨੂੰ ਸ਼ਾਂਤੀ ਆਵੇ। ਤਾਂ ਉਸ ਵੇਲੇ ਭਗਤ ਜੱਲਣ ਜੀ ਨੇ ਬਚਨ ਕੀਤੇ, ਕਹਿੰਦੇ ਬੀਬੀ ਖਾ ਜਾਉ ਭੁੰਜੇ ਸੌਂ, ਮੂਹਰੇ ਚਰਖਾ ਪਿੱਛੇ ਕੰਧ, ਇਉਂ ਬੀਬੀ ਤੇਰੀ ਜਾਵੇ ਲੰਘ। ਇਹ ਬਚਨ ਕਰ ਦਿੱਤੇ। ਕਹਿੰਦੇ ਤੂੰ ਕੋਈ ਬਹੁਤਾ ਤੜਕ ਭੜਕ ਵਾਲਾ ਜਿਹੜਾ ਲਿਬਾਸ ਨਹੀਂ ਪਹਿਨਣਾ, ਚਰਖੇ ਨਾਲ ਕੱਤ ਕੇ ਅਤੇ ਉਹਦਾ ਸੂਟ ਬਣਾ ਕੇ ਉਹਦੇ ਵਸਤਰ ਪਹਿਨਣੇ ਹੈ। ਇਸੇ ਤਰ੍ਹਾਂ ਜੌਆਂ ਦਾ ਪ੍ਰਸ਼ਾਦਾ ਛਕਣਾ ਅਤੇ ਭੁੰਜੇ ਲੇਟਣਾ, ਕੋਈ ਬਹੁਤੀਆਂ ਮਖਮਲੀ ਸੇਜਾਂ ਦੇ ਉੱਤੇ ਨਹੀਂ ਸੌਣਾ, ਜਿਸ ਕਰਕੇ ਮਨ ਦੇ ਵਿੱਚ ਕੋਈ ਵਿਕਾਰ ਪੈਦਾ ਹੋਣ। ਸੋ ਇਸ ਪ੍ਰਕਾਰ ਉਹਨੂੰ ਜੀਵਨ ਜਾਚ ਦੱਸ ਦਿੱਤੀ। ਇਉਂ ਕਹਿੰਦੇ ਤੇਰੀ ਜਿਹੜੀ ਉਮਰ ਹੈ, ਤੇਰੀ ਜ਼ਿੰਦਗੀ ਹੈ ਨਾ, ਇਹ ਬੜੀ ਸੌਖੀ ਲੰਘ ਜਾਵੇਗੀ। ਕਹਿੰਦੇ ਖਾ ਜਾਉ ਭੁੰਜੇ ਸੌਂ, ਮੂਹਰੇ ਚਰਖਾ, ਅੱਗੇ ਤੇਰੇ ਚਰਖਾ ਰੱਖਿਆ ਹੋਵੇ, ਤੇਰਾ ਮਨ ਉਹਦੇ ਵਿੱਚ ਹੀ ਲੱਗਿਆ ਰਹੇ ਸਾਰਾ ਦਿਨ। ਆਸੇ ਪਾਸੇ ਤੇਰਾ ਮਨ ਕੋਈ ਹੋਰ ਵਿਚਾਰ ਉਹਦੇ 'ਚ ਆਵੇ ਹੀ ਨਾ, ਪਤੀ ਦੇ ਦੁੱਖ ਦੇ ਵਿਛੋੜੇ ਦਾ ਜਾਂ ਕੋਈ ਹੋਰ ਦੁਨਿਆਵੀ ਵਿਚਾਰ ਨਾ ਆਵੇ। ਇਸੇ ਤਰ੍ਹਾਂ ਮੂਹਰੇ ਚਰਖਾ ਪਿੱਛੇ ਕੰਧ, ਕੰਧ ਘਰ ਦੀ ਉੱਚੀ ਹੋਵੇ ਤਾਂ ਕਿ
ਤੇਰੀ ਹਰ ਪ੍ਰਕਾਰ ਕਰਕੇ ਰੱਖਿਆ ਹੋ ਸਕੇ। ਇਉਂ ਬੀਬੀ ਤੇਰੀ ਜਾਵੇ ਲੰਘ, ਮੂਹਰੇ ਚਰਖਾ ਪਿੱਛੇ ਕੰਧ, ਇਉਂ ਬੀਬੀ ਤੇਰੀ ਜਾਵੇ ਲੰਘ। ਇਉਂ ਕਹਿੰਦੇ ਤੇਰੀ ਉਮਰ ਸੌਖਿਆਂ ਬਤੀਤ ਹੋ ਜਾਏਗੀ। ਸੋ ਬੀਬੀ ਦਾ ਜੀਵਨ ਚੰਗਾ ਬੀਤਿਆ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਪਾਨ ਕਰਵਾ ਦਿੱਤਾ, ਉਹ ਬੀਬੀ ਨੂੰ ਸ਼ਸਤਰਧਾਰੀ ਬਣਾ ਦਿੱਤਾ। ਆਖਿਆ ਗੁਰੂ ਨੂੰ ਸਦਾ ਅੰਗ ਸੰਗ ਸਮਝਣਾ, ਇਹਨਾਂ ਸ਼ਸਤਰਾਂ ਨੂੰ, ਇਹਨਾਂ ਪੀਰਾਂ ਨੂੰ ਸਦਾ ਸੰਭਾਲ ਕੇ ਰੱਖਣਾ। ਸਤਿਗੁਰੂ ਜੀ ਦਾ ਸ਼ੁਭ ਉਪਦੇਸ਼ ਲੈ ਕੇ ਇਹ ਬੀਬੀ ਆਪਣੇ ਦੇਸ਼ ਨੂੰ, ਆਪਣੇ ਘਰ ਨੂੰ ਚਲੇ ਗਈ ਔਰ ਸਮੁੱਚੀ ਜ਼ਿੰਦਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੱਚੇ ਨਾਮ ਨਾਲ ਜੁੜੀ ਰਹੀ। ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨਿੱਤਾ ਪ੍ਰਤੀ ਗੁਰੂ ਕੀਆਂ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਐਸਾ ਉਪਦੇਸ਼ ਜਿਹੜਾ ਮੁੱਖ ਸਾਧਨ ਹੈ ਸਾਰੇ ਸੁੱਖਾਂ ਦਾ, ਸਾਰੇ ਸੁੱਖਾਂ ਦੀ ਪ੍ਰਾਪਤੀ ਜਿਸ ਉਪਦੇਸ਼ ਦੇ ਨਾਲ ਹੁੰਦੀ ਹੈ, ਐਸਾ ਉਪਦੇਸ਼ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਕੀਆਂ ਸੰਗਤਾਂ ਨੂੰ ਨਿੱਤਾ ਪ੍ਰਤੀ ਬਖਸ਼ਦੇ ਹਨ। ਹਾਂ, ਜਿਸ ਉਪਦੇਸ਼ ਦੇ ਕਰਕੇ ਸੁਖਾਲਾ ਹੀ ਗੁਰੂ ਕੇ ਸਿੱਖ ਮੁਕਤੀ ਨੂੰ ਪ੍ਰਾਪਤ ਕਰ ਲੈਣ ਔਰ ਹਰ ਪ੍ਰਕਾਰ ਦੇ ਦੁੱਖਾਂ ਨੂੰ ਨਿਵਾਰਨ ਦੂਰ ਕਰ ਲੈਣ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੀ ਦੀ ਮੱਤ ਪੜ੍ਹਾਈ ਦੇ ਵਿੱਚ ਸੂਖਮ ਨਹੀਂ ਹੈ, ਕਿਉਂਕਿ ਹਰ ਇੱਕ ਦੀ ਬੁੱਧੀ ਸੂਖਮ ਨਹੀਂ ਹੁੰਦੀ ਨਾ। ਜੋ ਪੜ੍ਹਿਆ ਜਾ ਰਿਹਾ, ਜੋ ਸੁਣਾਇਆ ਜਾ ਰਿਹਾ, ਉਹਨੂੰ ਕਈਆਂ ਨੂੰ ਪਹਿਲੀ ਵਾਰ ਵਿੱਚ ਸਮਝ ਆ ਜਾਂਦਾ, ਕਈਆਂ ਨੂੰ ਕਈ ਵਾਰ ਦੱਸਣਾ ਪੈਂਦਾ ਅਤੇ ਕਈਆਂ ਨੂੰ ਕਈ ਵਾਰ ਦੱਸ ਕੇ ਫਿਰ ਵੀ ਨਹੀਂ ਸਮਝ ਆਉਂਦਾ। ਹਰ ਇੱਕ ਦੀ ਬੁੱਧੀ ਆਪੋ ਆਪਣੀ ਹੁੰਦੀ ਹੈ। 3 ਪ੍ਰਕਾਰ ਦੀ ਬੁੱਧੀ ਹੁੰਦੀ ਹੈ। ਇੱਕ ਤੇ ਹੁੰਦੀ ਹੈ ਤੇਲੀਆ ਬੁੱਧੀ, ਅਤੇ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਇੱਕ ਹੁੰਦੀ ਹੈ ਚਮੜਾ ਬੁੱਧੀ, ਅਤੇ ਇਸੇ ਤਰ੍ਹਾਂ ਇੱਕ ਹੁੰਦੀ ਹੈ ਉੱਨ ਵਰਗੀ ਬੁੱਧੀ। 3 ਪ੍ਰਕਾਰ ਦੀ ਹੁੰਦੀ ਹੈ। ਤੇਲੀਆ ਬੁੱਧੀ ਉਹਨੂੰ ਕਹਿੰਦੇ ਹੈ ਵੀ ਜਿਵੇਂ ਤੇਲ ਦਾ ਇੱਕ ਤੁਪਕਾ ਆਪਾਂ ਬਹੁਤ ਸਾਰੇ ਜਲ ਦੇ ਵਿੱਚ, ਪਾਣੀ ਦੇ ਵਿੱਚ ਛੱਡ ਦਈਏ ਨਾ, ਅਤੇ ਉਹ ਫੈਲ ਕੇ ਸਾਰੇ ਨੂੰ ਕਵਰ ਕਰ ਲੈਂਦਾ, ਸਾਰੇ ਪਾਣੀ ਦੇ ਉੱਤੇ ਫਿਰ ਜਾਂਦਾ। ਇਸੇ ਤਰ੍ਹਾਂ ਕਿਸੇ ਨੂੰ ਥੋੜ੍ਹਾ ਜਿਹਾ ਗੁਰ ਦੱਸੋ ਅਤੇ ਉਹ ਬਾਕੀ ਦਾ ਸਾਰਾ ਆਪਣੇ ਆਪ ਸਮਝ ਜਾਵੇ, ਉਹ ਹੁੰਦੀ ਹੈ ਤੇਲੀਆ ਬੁੱਧੀ। ਜਿਵੇਂ ਬਹੁਤ ਸਾਰੇ ਲੋਕ, ਕੋਈ ਚਲੋ ਮੰਨ ਲਓ ਗੁਰਬਾਣੀ ਸੰਥਿਆ ਕਰਨੀ ਆਉਂਦਾ, ਉਹਨੂੰ ਥੋੜ੍ਹਾ ਜਿਹਾ ਆਪਾਂ ਦੱਸ ਦਿੱਤਾ ਪਹਿਲਾਂ 1-2 ਬਾਣੀਆਂ ਦੇ ਵਿੱਚ ਕਿ ਸ਼ਬਦਾਂ ਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ, ਮੁਹਾਰਨੀ ਦਾ ਉਚਾਰਨ ਇਸ ਤਰ੍ਹਾਂ ਹੁੰਦਾ ਹੈ, ਗੁਰਮੁਖੀ ਭਾਸ਼ਾ ਦੇ ਇਉਂ 35 ਅੱਖਰ ਹੁੰਦੇ ਆ, ਅੱਖਰਾਂ ਦਾ ਸ਼ਬਦ ਜੋੜ ਇਉਂ ਬਣਦਾ ਹੈ। ਜਿਸ ਸ਼ਬਦ ਨੂੰ ਕੋਈ ਸਿਹਾਰੀ ਬਿਹਾਰੀ ਲਗਾ ਮਾਤਰਾ ਨਾ ਲੱਗੀ ਹੋਵੇ, ਕੋਈ ਵਾਵਲਸ ਜਿਹਦੇ ਨਾਲ ਨਾ ਵਰਤੇ ਜਾਣ, ਉਹਨੂੰ ਮੁਕਤਾ ਆਖਿਆ ਜਾਂਦਾ ਹੈ। ਔਰ ਜਿਸ ਸ਼ਬਦ ਦੇ ਨਾਲ ਕੰਨਾ ਲੱਗ ਜਾਏ, ਉੱਥੇ ਆ ਦੀ ਮਾਤਰਾ ਸਿਹਾਰੀ ਲੱਗ ਜਾਏ, ਏ ਦੀ ਮਾਤਰਾ ਆਉਂਦੀ ਹੈ, ਬਿਹਾਰੀ ਲੱਗ ਜਾਏ ਅਤੇ ਲੰਬੀ ਮਾਤਰਾ ਈ ਦੀ ਆਉਂਦੀ ਹੈ। ਇਸੇ ਤਰ੍ਹਾਂ ਬਾਕੀ ਲਗਾ ਮਾਤਰਾ, ਔਂਕੜ ਹੈ ਤਾਂ ਕਾਹਲੀ ਦੇ ਨਾਲ ਬੋਲਿਆ ਜਾਏਗਾ, ਔਂਕੜ ਅਤੇ ਸਿਹਾਰੀ ਲਘੂ ਮਾਤਰਾ ਹੁੰਦੀਆਂ, ਛੋਟੀਆਂ ਮਾਤਰਾ, ਅਤੇ ਬਾਕੀ ਦੀਆਂ ਦੀਰਘ ਮਾਤਰਾ ਹੁੰਦੀਆਂ। ਦੀਰਘ ਮਾਤਰਾ ਨਾਲੋਂ ਲਘੂ ਮਾਤਰਾ ਨੂੰ ਬੋਲਣ 'ਤੇ ਅੱਧਾ ਸਮਾਂ ਲੱਗਦਾ। ਇਹ ਚੀਜ਼ਾਂ ਬਰੀਕੀ ਵਾਲੀਆਂ ਦੱਸ ਦਿੱਤੀਆਂ, ਅਤੇ ਉਸ ਤੋਂ ਬਾਅਦ ਉਹ ਵਿਦਿਆਰਥੀ ਆਪਣੇ ਆਪ ਸਮਝ ਜਾਂਦਾ, ਫਿਰ ਵਧੀਆ ਪੜ੍ਹਨ ਲੱਗ ਪੈਂਦਾ। ਜਾਂ ਕੋਈ ਮਿਸਤਰੀ, ਕਈ ਵਾਰ ਆਪਾਂ ਸੁਣਦੇ ਹਾਂ ਨਾ, ਕਿਸੇ ਕੋਲ ਜਾਈਏ ਵੀ ਆਹ ਬੰਦਾ ਮੇਰੇ ਕੋਲ ਕੰਮ ਸਿੱਖਣ ਆਇਆ ਸੀ ਮਕੈਨਿਕੀ ਦਾ, ਬਸ ਮੈਂ ਤਾਂ ਇਹਨੂੰ ਆ ਪਾਨਾ ਲਾਉਣਾ, ਚਾਬੀ ਲਾਉਣੀ ਸਿਖਾਈ ਸੀ ਵੀ ਇਉਂ ਇਹ ਨਟ ਨੂੰ ਖੋਲੀਦਾ, ਅਤੇ ਬਾਕੀ ਕੰਮ ਇਹਨੇ ਆਪਣੇ ਦਿਮਾਗ ਨਾਲ ਹੀ ਸਿੱਖ ਲਿਆ। ਉਹਨੂੰ ਕਹਿੰਦੇ ਤੇਲੀਆ ਬੁੱਧੀ, ਤੇਲ ਵਰਗੀ ਬੁੱਧੀ, ਜਿਹੜੀ ਤੇਜ਼ ਬੁੱਧੀ ਹੋਵੇ। ਅਤੇ ਕਈਆਂ ਦੀ ਹੁੰਦੀ ਹੈ ਚਮੜਾ ਬੁੱਧੀ। ਚਮੜਾ ਬੁੱਧੀ ਉਹਨੂੰ ਕਹਿੰਦੇ ਜਿਵੇਂ ਚਮੜੇ ਦੇ ਵਿੱਚੋਂ ਸੂਆ ਜਿਸ ਜਗ੍ਹਾ ਤੋਂ ਲੰਘਾਤਾ, ਓਨਾ ਉਹਨੇ ਛੇਕ ਕਰ ਦਿੱਤਾ, ਉੱਥੇ ਓਨੀ ਮੋਰੀ ਨਿਕਲ ਗਈ, ਉਹ ਨਾ ਵਧੂਗਾ ਨਾ ਘਟੂਗਾ। ਇਸੇ ਤਰ੍ਹਾਂ ਉਹ ਬੰਦੇ ਜਿਨ੍ਹਾਂ ਨੂੰ ਕੋਈ ਵਿਦਿਆ ਦੱਸੀ ਜਾਵੇ ਅਤੇ ਉਹਨਾਂ ਨੇ ਜਿੰਨਾ ਸੁਣ ਲਿਆ ਬਸ ਓਨਾ ਕੁ ਉਹਨਾਂ ਨੂੰ ਆ ਗਿਆ, ਉਹਨਾਂ ਨੂੰ ਕਹਿੰਦੇ ਚਮੜਾ ਬੁੱਧੀ ਵਾਲੇ ਲੋਕ। ਉਹ ਤੋਂ ਵੱਧ ਨਹੀਂ ਸਿੱਖਦੇ ਅਤੇ ਉਹ ਤੋਂ ਘਟਦੇ ਵੀ ਨਹੀਂ ਉਹ। ਅਤੇ ਇਸੇ ਤਰ੍ਹਾਂ ਇੱਕ ਉੱਨ ਦੇ ਗੋਲੇ ਵਰਗੀ ਬੁੱਧੀ ਹੁੰਦੀ ਹੈ। ਹੁਣ ਉੱਨ ਦੇ ਵਿੱਚ ਜੇ ਆਪਾਂ ਜਦੋਂ ਤਾਂ ਆਪਾਂ ਸੂਆ ਚੋਭ ਦਈਏ ਤਾਂ ਉਦੋਂ ਤੱਕ ਤਾਂ ਉਹਦੇ ਛੇਕ ਰਹਿੰਦਾ ਉਹਦੇ ਵਿੱਚ, ਜਦੋਂ ਉਹਨੂੰ ਕੱਢ ਲਈਏ ਦੁਬਾਰਾ ਫਿਰ ਮਿਲ ਜਾਂਦਾ। ਇਸੇ ਤਰ੍ਹਾਂ ਉਪਦੇਸ਼, ਕੋਈ ਵਿੱਦਿਆ ਜਦੋਂ ਦੱਸੀ ਜਾਵੇ, ਜਿੰਨਾ ਚਿਰ ਤਾਂ ਸੁਣਦੇ ਹੈ
ਉਹਨਾਂ ਚਿਰ ਤਾਂ ਠੀਕ ਰਹਿੰਦਾ ਵੀ ਠੀਕ ਹੈ ਮੈਂ ਸਿੱਖ ਲਿਆ, ਪਰ ਥੋੜ੍ਹੇ ਜਿਹੇ ਟਾਈਮ ਬਾਅਦ ਸੁਣੋ ਉਹ ਖਤਮ ਹੋ ਜਾਂਦਾ ਕੰਮ, ਕਹਾਣੀ ਖਤਮ ਹੋ ਜਾਂਦੀ ਹੈ। ਇਸ ਪ੍ਰਕਾਰ 3 ਪ੍ਰਕਾਰ ਦੀ ਬੁੱਧੀ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਸੂਖਮ ਮਤ ਨਹਿ ਪੜ੍ਹਨ ਮੈਂ, ਜਿਨ੍ਹਾਂ ਦੀ ਪੜ੍ਹਨ ਦੇ ਵਿੱਚ, ਪੜ੍ਹਾਈ ਵਿੱਚ, ਵਿੱਦਿਆ ਵਿੱਚ, ਐਜੂਕੇਸ਼ਨ ਨੂੰ ਲਰਨ ਕਰਨ ਦੇ ਵਿੱਚ ਸੂਖਮ ਮਤ ਨਹੀਂ ਹੈ, ਬਰੀਕ ਬੁੱਧੀ ਨਹੀਂ ਹੈ। ਔਰ ਤਿਮ ਹੀ ਸ਼ਰਵਣ ਮਝਾਰ, ਅਤੇ ਇਸੇ ਤਰ੍ਹਾਂ ਸੁਣਨ ਵਿੱਚ ਵੀ, ਸੁਣ ਕੇ ਵੀ ਜਿਨ੍ਹਾਂ ਨੂੰ ਪੂਰਾ ਸਮਝ ਨਹੀਂ ਆਉਂਦਾ। ਫਿਰ ਜਿਹੜੇ ਥੋੜ੍ਹੀ ਜਿਹੀ ਮੋਟੀ ਬੁੱਧੀ ਦੇ ਮਾਲਕ ਹੈ ਵੀ ਉਹ ਵਿੱਦਿਆ ਪੜ੍ਹਨ ਪੜ੍ਹਾਉਣ ਵਾਲੇ ਪਾਸੇ ਨਹੀਂ ਚੱਲਦੇ, ਸਤਿਗੁਰੂ ਜੀ ਨੇ ਉਹਨਾਂ ਵਾਸਤੇ ਫਿਰ ਦੂਜਾ ਰਸਤਾ ਦੱਸਿਆ। ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਸ਼ਾਸਤਰ ਵਿੱਦਿਆ ਸਿੱਖੋ, ਜੰਗ ਯੁੱਧ ਸਿੱਖੋ। ਹੁਣ ਜੇ ਕਲਮ ਨਹੀਂ ਚਲਾਉਣੀ ਆਉਂਦੀ, ਕਹਿੰਦੇ ਸੋਟਾ ਤਾਂ ਚਲਾਓਗੇ ਹੀ ਨਾ, ਹਥਿਆਰ ਤਾਂ ਚਲਾਓਗੇ ਹੀ ਨਾ, ਇਹਦੇ ਵਾਸਤੇ ਤਾਂ ਬਹੁਤਾ ਸਿੱਖਣ ਦੀ ਲੋੜ ਨਹੀਂ ਪੈਂਦੀ। ਅਤੇ ਕਹਿੰਦੇ ਤੁਸੀਂ ਸ਼ਾਸਤਰ ਵਿੱਦਿਆ, ਉਹਨਾਂ ਨੂੰ ਸਤਿਗੁਰ ਪਾਤਸ਼ਾਹ ਜੰਗ ਵਾਸਤੇ ਪ੍ਰੇਰਨਾ ਕਰਦੇ ਹੈ ਤਾਂ ਕਿ ਮੈਦਾਨੇ ਜੰਗ ਦੇ ਵਿੱਚ ਇਹ ਆਪਣੀ ਰੱਖਿਆ ਕਰ ਸਕਣ, ਔਰ ਜੇਕਰ ਇਹ ਜੂਝਦੇ ਹੋਏ ਸ਼ਹੀਦ ਹੋ ਜਾਣ ਤਾਂ ਇਹਨਾਂ ਨੂੰ ਸੁਰਗਪੁਰੀ ਦੀ ਪ੍ਰਾਪਤੀ ਹੋਵੇ। ਜਿਹੜਾ ਕਹਿੰਦੇ ਆਪਣੇ ਪ੍ਰਾਣਾਂ ਨੂੰ ਪਿਆਰਾ ਰੱਖਦਾ ਹੋਵੇ, ਜਿਹਨੂੰ ਆਪਣੀ ਜਾਨ ਬਹੁਤੀ ਪਿਆਰੀ ਹੋਵੇ, ਅਤੇ ਕਾਇਰ ਹੋ ਕੇ ਮੈਦਾਨੇ ਜੰਗ ਦੇ ਵਿੱਚ ਪਿੱਠ ਦਿਖਾ ਜਾਵੇ, ਭੱਜ ਆਵੇ ਡਰਦਾ ਹੋਇਆ, ਕਾਇਰ ਹੋਵੇ, ਜਿਹੜਾ ਐਸਾ ਸ਼ੁਭ ਮਤ ਤੋਂ ਹੀਣਾ ਹੈ। ਉਹ ਕਹਿੰਦੇ ਇਹੋ ਜਿਹਾ ਡਰਪੋਕ ਬੰਦਾ, ਜਿਹੜਾ ਇਹੋ ਜਿਹਾ ਮੂਰਖ ਬੰਦਾ, ਕਹਿੰਦੇ ਆਪ ਪਲਾਵੈ, ਆਪ ਤਾਂ ਭੱਜ ਕੇ ਆਉਂਦਾ ਹੀ ਹੈ, ਆਪਰ ਕੋ ਦੂਜਿਆਂ ਨੂੰ ਵੀ ਨਾਲ ਭਜਾ ਲਿਆਉਂਦਾ ਹੈ। ਉਹਨੂੰ ਦੇਖ ਕੇ ਕਈ ਹੋਰ ਭੱਜ ਲੈਂਦੇ ਆ ਵੀ ਆਪਾਂ ਵੀ ਜਾਨ ਬਚਾਈਏ। ਧੀਰਜ ਕਰਤਾ ਛੀਨ, ਉਹ ਦੂਜਿਆਂ ਦੇ ਵੀ ਧੀਰਜ ਨੂੰ, ਦੂਜਿਆਂ ਦੇ ਹੌਸਲੇ ਨੂੰ ਵੀ ਛੀਨ ਕਰਦਾ, ਖਤਮ ਕਰਦਾ ਹੈ। ਇਸ ਪ੍ਰਕਾਰ ਕਹਿੰਦੇ ਉਹ ਬਹੁਤ ਵੱਡਾ ਪਾਪੀ ਹੋ ਕੇ ਆਪਣੇ ਪਾਪਾਂ ਦੇ ਫਲ ਭੋਗਦਾ ਹੈ, ਔਰ ਪਰੈ ਨਰਕ ਮੈਂ ਸੋਏ, ਉਹ ਨਰਕਾਂ ਵਿੱਚ ਪੈਂਦਾ ਹੈ। ਇਸ ਪ੍ਰਕਾਰ ਕਹਿੰਦੇ ਆਪ ਭੱਜਦਾ ਹੈ ਅਤੇ ਭੱਜ ਕੇ ਦੂਜੀਆਂ ਫੌਜਾਂ ਦੇ ਵਿੱਚ, ਦੂਜੇ ਲੜਨ ਵਾਲੇ ਯੋਧਿਆਂ ਦੇ ਵਿੱਚ ਵੀ ਉਹ ਭਾਜੜ ਜੀ ਪਾ ਦਿੰਦਾ ਹੈ। ਉਹ ਬੰਦਾ ਤਾਂ ਕਹਿੰਦੇ ਸਮਝ ਲਓ ਧਰਮ ਦਾ ਦੁਸ਼ਮਣ ਹੈ, ਧਰਮ ਨੂੰ ਨਾਸ਼ ਕਰਨ ਵਾਲਾ ਹੈ। ਸਤਿਗੁਰੂ ਜੀ ਸਿੱਖਾਂ ਨੂੰ ਸ਼ੁਭ ਉਪਦੇਸ਼ ਦੇ ਰਹੇ ਆ, ਕਹਿੰਦੇ ਇਹੋ ਜਿਹੇ ਕਾਇਰ ਡਰਪੋਕ ਬੰਦੇ ਨੂੰ ਨਾ ਮੈਦਾਨੇ ਜੰਗ ਵਿੱਚ ਕਦੇ ਵੀ ਨਾਲ ਨਾ ਲਓ। ਜੰਗ ਵਿਖੇ ਨਾ ਸੰਗ ਲਿਓ, ਸੰਗ ਜੇ ਰਹਿ ਪਿਛਾਰ, ਕਹਿੰਦਾ ਜਿਹੜੇ ਆਪਣੇ ਸੰਗ ਤੋਂ, ਆਪਣੇ ਸੰਗੀ ਸਾਥੀਆਂ ਤੋਂ ਪਿੱਛੇ ਜੇ ਰਹਿੰਦਾ, ਉਹਨੂੰ ਕਦੇ ਨਾਲ ਨਾ ਲਵੋ। ਕਹਿੰਦੇ ਯੋਧਾ ਤਾਂ ਉਹੀ ਹੈ ਵੀ ਜਿਹੜਾ ਅੱਗੇ ਵੱਧਦਾ, ਮੈਦਾਨੇ ਜੰਗ ਵਿੱਚ ਬਹੁਤ ਅੱਗੇ ਜਾਂਦਾ ਅਤੇ ਨਿਰਭੈ ਹੋ ਕੇ, ਬਿਨਾਂ ਕਿਸੇ ਡਰ, ਬਿਨਾਂ ਕਿਸੇ ਖੌਫ ਤੋਂ ਧੀਰਜ ਧਾਰ ਕੇ ਰਹਿੰਦਾ ਹੈ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਤਮ, ਮੱਧਮ ਅਤੇ ਅਧਮ 3 ਪ੍ਰਕਾਰ ਦੇ ਯੋਧੇ ਹੁੰਦੇ ਆ। ਸੋ 3 ਪ੍ਰਕਾਰ ਦੇ ਯੋਧਿਆਂ ਦਾ ਅੱਗੇ ਨਿਰਣਾ ਦੱਸਣਗੇ ਵੀ ਉੱਤਮ ਕਿਸਮ ਵਾਲਾ ਕਿਹੜਾ ਹੈ, ਮੱਧਮ ਕਿਸਮ ਵਾਲਾ ਵਿਚਕਾਰਲੇ ਜੇ ਮੇਲ ਦਾ ਕਿਹੜਾ ਯੋਧਾ ਹੁੰਦਾ। ਸੋ ਇਸੇ ਪ੍ਰਕਾਰ ਜਿਹੜਾ ਸਭ ਤੋਂ ਹੇਠਲੇ ਲੈਵਲ ਦਾ ਕਨਿਸ਼ਟ ਹੈ, ਜਿਹੜਾ ਅਧਮ ਹੈ, ਉਹ ਯੋਧੇ ਦੀਆਂ ਨਿਸ਼ਾਨੀਆਂ ਦੱਸਦੇ ਹਨ। ਕਹਿੰਦੇ ਨਿੱਤਾ ਪ੍ਰਤੀ ਅਭਿਆਸ ਕਰੇ ਗੁਰੂ ਕਾ, ਜਿਹੜਾ ਯੋਧਾ ਸੂਰਮਾ ਸ਼ਸਤਰਾਂ ਦਾ, ਵੈਰੀਆਂ ਨੂੰ ਕਿਵੇਂ ਹੱਤਣਾ, ਇਹਨਾਂ ਸ਼ਸਤਰਾਂ ਨਾਲ ਕਿਵੇਂ ਮਾਰਨਾ। ਸੋ ਜੰਗ ਵਿੱਦਿਆ ਦਾ ਵੀ ਨਿੱਤਾ ਪ੍ਰਤੀ ਅਭਿਆਸ ਕਰੇ। ਕਹਿੰਦੇ ਜਿਹੜਾ ਸੂਰਮਾ ਮੈਦਾਨੇ ਜੰਗ ਦੇ ਵਿੱਚ ਟਿਕ ਕੇ ਜੰਗ ਲੜੇ, ਪਰ ਜੰਗ ਲੜਦਾ ਲੜਦਾ ਮਰਨ ਤੋਂ ਥੋੜ੍ਹਾ ਜਿਹਾ ਡਰ ਕੇ ਨਾ, ਬਾਮ ਦਾਹਨੇ ਹੋਏ ਖੱਬੇ ਸੱਜੇ ਜੇ ਹੁੰਦਾ ਫਿਰੇ। ਇਸੇ ਤਰ੍ਹਾਂ ਕਦੇ ਕਦੇ ਸਨਮੁਖ ਹੋ ਕੇ ਵੀ ਲੜੇ, ਦੁਸ਼ਮਣਾਂ ਨੂੰ ਮਾਰੇ ਔਰ ਹੱਲੇ ਦੇ ਵਿੱਚ ਦੁਸ਼ਮਣਾਂ ਦਾ ਨਾਸ਼ ਕਰੇ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ
ਇਹ ਜਿਹੜਾ ਸਭ ਤੋਂ ਅਧਮ ਕਿਸਮ ਦਾ ਕਨਿਸ਼ਟ ਕਿਸਮ ਦਾ ਯੋਧਾ ਹੈ। ਯੋਧੇ ਤਾਂ ਸਾਰੇ ਹੀ ਹੈ ਪਰ ਇਹਦਾ ਲੈਵਲ ਹੇਠਲਾ ਹੈ। ਅਤੇ ਅੱਗੇ ਕਹਿੰਦੇ ਜਿਹੜਾ ਦੂਜੀ ਕਿਸਮ ਦਾ ਮੱਧਮ ਕਿਸਮ ਦਾ ਹੈਗਾ ਵਿਚਕਾਰਲੇ ਮਿਕਦਾਰ ਦਾ ਯੋਧਾ, ਉਹ ਕਹਿੰਦੇ ਜੰਗ ਮੈਦਾਨੇ ਜੰਗ ਦੇ ਵਿੱਚ ਟਿਕੇ ਅੱਗੇ ਵਧੇ ਅਤੇ ਵੈਰੀਆਂ ਨੂੰ ਧਾ ਕੇ ਪਵੇ, ਉਹਨਾਂ ਦੇ ਉੱਤੇ ਚੜ੍ਹਾਈ ਕਰਕੇ ਮਾਰੇ। ਉਹਨੂੰ ਸਤਿਗੁਰੂ ਜੀ ਕਹਿੰਦੇ ਭਾਈ ਮੱਧਮ ਯੋਧਾ ਜਾਣੋ। ਉਹ ਦਰਮਿਆਨੇ ਪ੍ਰਕਾਰ ਦਾ ਯੋਧਾ ਹੈ। ਮੱਧਮ ਯੋਧਾ ਜਾਣੀਏ ਪਰਦਲ ਦੇ ਚਲਾਏ, ਜਿਹੜਾ ਕਹਿੰਦੇ ਦੁਸ਼ਮਣ ਦੇ ਜਿਹੜੇ ਦਲ ਹੈ, ਪਰਾਏ ਦਲ ਹੈ, ਉਹਨਾਂ ਨੂੰ ਚਲਾਏ ਮਾਨ ਕਰ ਦੇਵੇ, ਭਜਾ ਦੇਵੇ ਮੈਦਾਨੇ ਜੰਗ ਵਿੱਚੋਂ। ਤੇ ਇਸ ਤਰ੍ਹਾਂ ਕਹਿੰਦੇ ਜਿਹੜਾ ਤੀਜੇ ਪ੍ਰਕਾਰ ਦਾ ਸਭ ਤੋਂ ਉੱਤਮ ਯੋਧਾ, ਉਹਦੀ ਕੀ ਨਿਸ਼ਾਨੀ ਹੈ? ਕਹਿੰਦੇ ਭਾਜਿਓ ਪਰਦਲ ਦੇਖ ਕੇ ਦੇ ਧ੍ਰਿਤ ਸਭਨ ਹਟਾਏ। ਕਹਿੰਦੇ ਜੇਕਰ ਯੋਧਿਆਂ ਦੀ ਫੌਜ, ਸੂਰਮਿਆਂ ਦੀ ਫੌਜ ਨਾਲ ਦੇ ਸੰਗੀ ਸਾਥੀ ਤੇ ਦੁਸ਼ਮਣ ਦੀ ਬਹੁ ਗਿਣਤੀ ਨੂੰ ਦੇਖ ਕੇ ਜਾਂ ਉਹਨਾਂ ਦਾ ਪਲੜਾ ਭਾਰੀ ਹੁੰਦਾ ਦੇਖ ਕੇ ਮੈਦਾਨੇ ਜੰਗ ਦੇ ਵਿੱਚੋਂ ਭੱਜਦੇ ਹੋਣ ਨਾ, ਉਹਨਾਂ ਨੂੰ ਧੀਰਜ ਦੇ ਕੇ ਹਟਾ ਦੇਵੇ, ਭੱਜਣੋਂ ਉਹਨਾਂ ਨੂੰ ਰੋਕ ਕੇ ਦੁਬਾਰਾ ਮੈਦਾਨੇ ਜੰਗ ਵਿੱਚ ਲਿਆਵੇ। ਫਿਰ ਕਹਿੰਦੇ ਉਹਨਾਂ ਸਾਰਿਆਂ ਤੋਂ ਅੱਗੇ ਆਪ ਹੋ ਕੇ ਦੁਸ਼ਮਣਾਂ ਦੇ ਸਾਹਮਣੇ ਮੱਥੇ ਜਾ ਕੇ ਲੜੇ, ਉਹਨਾਂ ਨੂੰ ਮਾਰੇ। ਉੱਤਮ ਲਖੋ ਸੁਭਾਏ, ਉਹਦਾ ਕਹਿੰਦੇ ਬਹੁਤ ਉੱਤਮ ਸੁਭਾਅ ਦਾ ਉਸ ਨੂੰ ਯੋਧਾ ਜਾਣੋ। ਹਾਂ, ਕਹਿੰਦੇ ਜਦੋਂ ਮੈਦਾਨੇ ਜੰਗ ਵਿੱਚੋਂ ਕਦੇ ਕੋਈ ਦਲ ਪਲਾਇਨ ਕਰ ਜਾਂਦਾ ਨਾ, ਭੱਜ ਲੈਂਦੀ ਆ ਫੌਜ, ਮਨ ਦੇ ਵਿੱਚ ਬਹੁਤਾ ਹੀ ਕੋਈ ਤਰਾਸ ਖੌਫ ਧਾਰ ਕੇ ਕਹਿੰਦੇ ਟਿਕੇ ਨਾ ਪਾਏ ਜਮਾਏ, ਤੇ ਟਿਕਦੀ ਨਹੀਂ ਹੈ ਫੌਜ, ਯੋਧੇ ਟਿਕਦੇ ਨਹੀਂ, ਪੈਰ ਨਹੀਂ ਜਮਾਉਂਦੇ। ਸਤਿਗੁਰੂ ਜੀ ਕਹਿੰਦੇ ਉਹਨਾਂ ਭੱਜੇ ਜਾਂਦਿਆਂ ਨੂੰ ਬਹੋਰਨਾ ਰੋਕਣਾ ਕਹਿੰਦੇ ਬਹੁਤ ਦੁਸ਼ਤਰ ਹੈ, ਬੜਾ ਕਠਿਨ ਹੁੰਦਾ ਕੰਮ। ਭੱਜੀ ਜਾਂਦੀ ਫੌਜ ਨੂੰ ਰੋਕਣਾ ਵੀ ਆ ਜਾਓ ਦੁਬਾਰਾ ਮੈਦਾਨੇ ਜੰਗ ਵਿੱਚ, ਬਹੁਤ ਔਖਾ ਕੰਮ ਹੈ। ਜਿਵੇਂ ਕਹਿੰਦੇ ਹੜ੍ਹ ਦਾ ਪਾਣੀ ਹੈ, ਹੜ੍ਹ ਦੇ ਪਾਣੀ ਨੂੰ ਰੋਕਣਾ ਔਖਾ ਨਾ। ਪਹਿਲਾਂ ਬੰਨ੍ਹ ਕਿਤੇ ਮਾਰਿਆ ਹੋਇਆ ਤਾਂ ਪਾਣੀ ਉੱਥੋਂ ਸਾਈਡ ਤੋਂ ਲੰਘ ਜਾਏਗਾ, ਪਰ ਜਦੋਂ ਹੜ੍ਹ ਆ ਗਿਆ, ਪਾਣੀ ਦਾ ਵਹਾਅ ਤੇਜ਼ ਹੋ ਗਿਆ, ਤੇ ਫਿਰ ਅੱਗੇ ਜਿੰਨੇ ਮਰਜ਼ੀ ਬੰਨ੍ਹ ਮਾਰੀ ਜਾਓ, ਰੁਕਦਾ ਥੋੜ੍ਹੀ ਹੈ। ਇਵੇਂ ਕਹਿੰਦੇ ਮੈਦਾਨੇ ਜੰਗ ਵਿੱਚੋਂ ਜਦੋਂ ਕਦੇ ਫੌਜ ਭੱਜ ਲਵੇ, ਉਹਨਾਂ ਨੂੰ ਰੋਕਣਾ ਬੜਾ ਕਠਿਨ ਹੁੰਦਾ ਹੈ। ਕਹਿੰਦੇ ਜਿਵੇਂ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਜੰਗਲ ਦੇ ਵਿੱਚ ਜਦੋਂ ਸ਼ੇਰ ਗਰਜਦਾ ਨਾ, ਮਿਰਗਾਂ ਦੀਆਂ ਡਾਰਾਂ ਕਹਿੰਦੇ ਧੀਰਜ ਨਹੀਂ ਧਰਦੀਆਂ, ਇਉਂ ਭੱਜ ਲੈਂਦੀਆਂ ਆਪਣੀ ਜਾਨ ਬਚਾਉਣ ਦੇ ਲਈ। ਇਸੇ ਤਰ੍ਹਾਂ ਕਹਿੰਦੇ ਮੈਦਾਨੇ ਜੰਗ ਵਿੱਚੋਂ ਭੱਜੀ ਹੋਈ ਜਿਹੜੀ ਫੌਜ ਹੁੰਦੀ ਹੈ ਨਾ, ਯੋਧੇ ਭੱਜੇ ਹੁੰਦੇ ਹੈ, ਕਹਿੰਦੇ ਉਹ ਵੀ ਮਿਰਗਾਂ ਵਾਂਗੂ ਭੱਜਦੇ ਹੈ, ਤੇ ਕਹਿੰਦੇ ਮੈਦਾਨੇ ਜੰਗ ਦੇ ਵਿੱਚ ਉਹ ਭੱਜ ਕੇ ਬਾਹਰ ਹੋ ਜਾਂਦੇ ਹਨ। ਪਰ ਕਹਿੰਦੇ ਜਿਹੜਾ ਭੱਜੀਆਂ ਜਾਂਦੀਆਂ ਫੌਜਾਂ ਨੂੰ ਰੋਕ ਕੇ ਦੁਬਾਰਾ ਮੈਦਾਨੇ ਜੰਗ ਵਿੱਚ ਲੈ ਆਵੇ, ਲਲਕਾਰ ਕੇ ਆਖੇ ਵੀ ਭੱਜਣਾ ਨਹੀਂ, ਤੁਸੀਂ ਆਓ ਇੱਧਰ, ਲੀਕ ਖਿੱਚ ਦੇਵੇ ਜਾਂ ਇੱਧਰ ਹੋ ਜਾਓ ਜਾਂ ਇੱਧਰ ਹੋ ਜਾਓ, ਤੇ ਸਾਰੇ ਉਹਦੀ ਗੱਲ ਮੰਨ ਕੇ ਆ ਜਾਣ ਮੈਦਾਨੇ ਜੰਗ ਦੇ ਵਿੱਚੋਂ, ਆ ਕੇ ਦੁਸ਼ਮਣ ਦੇ ਨਾਲ ਲੜਨ। ਤੇ ਇਸੇ ਤਰ੍ਹਾਂ ਜਿਹੜਾ ਸੂਰਮਾ ਯੋਧਾ ਆਪ ਉਹ ਕਹਿੰਦੇ ਥੰਬ ਦੀ ਤਰ੍ਹਾਂ, ਥੰਮਲੇ ਦੀ ਤਰ੍ਹਾਂ ਗੱਡ ਕੇ ਪੈਰ ਖੜ ਜਾਵੇ ਮੈਦਾਨੇ ਜੰਗ ਦੇ ਵਿੱਚ, ਉਹ ਉੱਤਮ ਕਿਸਮ ਦਾ ਯੋਧਾ ਹੈ। ਸੋ ਯੋਧੇ ਤਾਂ ਬਹੁਤ ਸਨ। ਸ਼ਹੀਦ ਬਾਬਾ ਦੀਪ ਸਿੰਘ ਜੀ ਜਦੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਗੱਲ ਉਹਨਾਂ ਨੇ ਸੁਣੀ, ਖਬਰ ਮਿਲੀ, ਤੇ ਉਸ ਵੇਲੇ ਖਾਲਸਾ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਬਾਬਾ ਜੀ ਚੱਲੇ। ਕੁਝ ਗਿਣਤੀ ਦੇ ਸੂਰਮੇ ਨਾਲ ਸਨ। ਅੰਮ੍ਰਿਤਸਰ ਸਾਹਿਬ ਤੱਕ ਜਾਂਦਿਆਂ 1100 ਦੀ ਗਿਣਤੀ ਬਾਬਾ ਜੀ ਦੇ ਨਾਲ ਹੋ ਗਈ ਸੀ। ਫਿਰ ਵੀ ਬਾਬਾ ਜੀ ਨੇ ਬਹੁ ਗਿਣਤੀ ਨੂੰ ਪਰਖਣ ਵਾਸਤੇ ਵੀ ਕਿਤੇ ਐਵੇਂ ਨਾ ਇਕੱਠ ਦੇਖ ਕੇ ਦੇਖਾ ਦੇਖੀ ਆ ਗਏ ਹੋਣ, ਖੰਡੇ ਦੇ ਨਾਲ ਬਾਬਾ ਜੀ ਨੇ ਲੀਕ ਖਿੱਚ ਦਿੱਤੀ ਸੀ, ਜਿਹੜਾ 18 ਸੇਰ ਦਾ ਖੰਡਾ ਬਜ਼ੁਰਗ ਬਾਬਾ ਜੀ ਹੱਥ ਵਿੱਚ ਰੱਖਦੇ ਸੀ। ਤੇ ਅੱਜ ਕੱਲ੍ਹ ਤਾਂ ਆਪਾਂ ਨੂੰ ਚੱਕਣਾ ਔਖਾ 18 ਸੇਰ ਦਾ, ਤੇ ਬਾਬਾ ਜੀ ਮੈਦਾਨੇ ਜੰਗ ਵਿੱਚ ਵਾਹੁੰਦੇ ਸੀ। 18 ਸੇਰ ਦੇ ਖੰਡੇ ਦੇ ਨਾਲ ਬਾਬਾ ਜੀ ਨੇ ਲੀਕ ਖਿੱਚੀ। ਕਹਿੰਦੇ ਭਾਈ ਜਿਹੜੇ ਯੋਧੇ ਸੂਰਮੇ ਹੈ, ਜਿਨ੍ਹਾਂ ਨੂੰ ਤਾਂ ਜਾਨ ਨਹੀਂ ਪਿਆਰੀ, ਜਿਨ੍ਹਾਂ ਨੂੰ ਘਰ ਪਰਿਵਾਰ ਦਾ ਚੇਤਾ ਨਹੀਂ ਆਉਣਾ ਵੀ ਅਸੀਂ ਮੈਦਾਨੇ ਜੰਗ ਵਿੱਚ ਜੂਝਣਾ ਹੀ ਹੈ, ਉੱਥੇ ਕੁਝ ਵੀ ਹੋ ਸਕਦਾ, ਜਿੱਤ ਵੀ ਸਕਦੇ ਹਾਂ ਅਤੇ ਸ਼ਹੀਦ ਵੀ ਹੋ ਸਕਦੇ ਹਾਂ।
ਕਹਿੰਦੇ ਉਹ ਤਾਂ ਆਹ ਲੀਕ ਟੱਪਿਆ ਉਹ, ਤੇ ਜਿਹੜੇ ਕਹਿੰਦੇ ਜਿਨ੍ਹਾਂ ਨੂੰ ਮੌਤ ਤੋਂ ਡਰ ਲੱਗਦਾ ਹੈ, ਜਿਨ੍ਹਾਂ ਨੂੰ ਜ਼ਿੰਦਗੀ ਪਿਆਰੀ ਹੈ, ਉਹ ਭਾਈ ਵਾਪਸ ਚਲੇ ਜਾਓ, ਲੀਕ ਤੋਂ ਪਿੱਛੇ ਹੀ ਰਹੋ। ਤੇ ਇਤਿਹਾਸ ਦੱਸਦਾ ਹੈ ਕਹਿੰਦੇ ਇੱਕ ਵੀ ਸੂਰਮਾ, ਇੱਕ ਵੀ ਯੋਧਾ ਐਸਾ ਨਹੀਂ ਸੀ ਜਿਹੜਾ ਉਹ ਲੀਕ ਤੋਂ ਪਿੱਛੇ ਰਿਹਾ ਹੋਵੇ। ਸਾਰੇ ਯੋਧੇ ਉਹ ਲੀਕ ਟੱਪ ਕੇ ਬਾਬਾ ਜੀ ਦੇ ਨਾਲ ਹੋ ਕੇ ਲੜੇ ਸਨ। ਫਿਰ ਮੈਦਾਨੇ ਜੰਗ ਦੇ ਵਿੱਚ ਥੰਬ ਵਾਂਗੂ ਅੜ ਕੇ ਖੜ ਕੇ ਮੈਦਾਨ ਦੇ ਵਿੱਚ ਜੰਗ ਲੜਨੀ, ਇਹ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਤੋਂ ਬਿਨਾਂ ਹੋਰ ਕੋਈ ਐਸਾ ਇਤਿਹਾਸ ਮਿਸਾਲ ਨਹੀਂ ਮਿਲਦੀ ਕਿ ਇੱਕ ਕੋਈ ਸੂਰਮਾ ਯੋਧਾ ਆਪਣੇ ਸਿਰ ਤੋਂ ਬਿਨਾਂ ਮੈਦਾਨੇ ਜੰਗ ਦੇ ਵਿੱਚ ਲੜੇ। ਸੋ ਐਸੇ ਜਿਹੜੇ ਸੂਰਮੇ ਯੋਧੇ ਬਹਾਦਰ ਹੈ, ਉਹਨਾਂ ਨੂੰ ਉੱਤਮ ਕਿਸਮ ਦੇ ਯੋਧੇ ਸਤਿਗੁਰੂ ਨੇ ਆਖਿਆ ਹੈ। ਕਹਿੰਦੇ ਮੈਦਾਨੇ ਜੰਗ ਵਿੱਚ ਜਾ ਕੇ ਯੋਧਾ ਕਹਿੰਦੇ ਦੁਸ਼ਮਣਾਂ ਦੇ ਉੱਤੇ ਵਾਰ ਵੀ ਕਰੇ ਤੇ ਦੁਸ਼ਮਣਾਂ ਦੇ ਵਾਰ ਆਪਣੇ ਅੰਗਾਂ ਦੇ ਉੱਤੇ ਸਹੇ। ਪਹਿਲਾਂ ਮੈਦਾਨੇ ਜੰਗ ਵਿੱਚ ਦੁਸ਼ਮਣ ਨੂੰ ਮੌਕਾ ਦੇਵੇ। ਇਹ ਜਿਹੜੇ ਉੱਤਮ ਯੋਧੇ ਆ ਨਾ, ਉਹਨਾਂ ਦੀ ਨਿਸ਼ਾਨੀ ਹੁੰਦੀ ਹੈ। ਉਹ ਕਹਿੰਦੇ ਆ ਪਹਿਲਾਂ ਦੁਸ਼ਮਣ ਨੂੰ ਲਲਕਾਰ ਕੇ ਕਿ ਪਹਿਲਾਂ ਤੂੰ ਵਾਰ ਕਰ ਲੈ, ਮਤਾ ਮਨ ਵਿੱਚ ਤੇਰੇ ਇਹ ਹਸਰਤ ਰਹਿ ਜਾਵੇ ਕਿ ਮੈਂ ਜੇਕਰ ਮੈਨੂੰ ਮੌਕਾ ਮਿਲਿਆ ਹੁੰਦਾ ਮੈਂ ਵਾਰ ਕਰ ਲੈਂਦਾ। ਜਿਵੇਂ ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਸਤਿਗੁਰੂ ਸਾਹਿਬ ਜੀ ਨੇ ਮੈਦਾਨੇ ਜੰਗ ਦੇ ਵਿੱਚ ਜਦੋਂ ਪੈਂਦੇ ਖਾਨ ਇਹਨਾਂ ਦਾ ਆਪਣਾ ਪਾਲਿਆ ਪੋਸਿਆ ਹੋਇਆ ਜਵਾਨ ਉਹ ਮੁਸਲਮਾਨ ਇਹਨਾਂ ਦੇ ਸਾਹਮਣੇ ਆਇਆ ਨਾ, ਵਿਰੋਧ ਦੇ ਵਿੱਚ ਹੋ ਗਿਆ ਸੀ। ਸਤਿਗੁਰੂ ਜੀ ਨੇ ਹੱਥੀਂ ਖੁਰਾਕ ਦੇ ਕੇ ਔਰ ਸਤਿਗੁਰੂ ਜੀ ਇਹਦੇ ਨਾਲ ਆਪ ਕੁਸ਼ਤੀ ਕਰਿਆ ਕਰਦੇ। ਐਡਾ ਤਕੜਾ ਯੋਧਾ ਸੀ ਪੈਂਦੇ ਖਾਨ। ਕਹਿੰਦੇ ਮੈਦਾਨੇ ਜੰਗ ਦੇ ਵਿੱਚ ਸੂਰਮੇ ਨੂੰ ਘੋੜੇ ਦੇ ਸਮੇਤ ਪੁੱਠਾ ਕਰ ਦਿੰਦਾ ਸੀ ਫੜ ਕੇ, ਇੰਨਾ ਬਲੀ ਸੀ। ਤੇ ਕਹਿੰਦੇ ਜੇ ਸਿੱਕੇ ਨੂੰ ਰੁਪਈਏ ਨੂੰ ਹੱਥ ਵਿੱਚ ਫੜ ਲੈਂਦਾ ਨਾ, ਅੰਗੂਠੇ ਦੇ ਨਾਲ ਇੱਦਾਂ ਮਲ ਦਿੰਦਾ, ਉਹਦੇ ਉੱਤੋਂ ਅੱਖਰ ਮੇਟ ਦਿੰਦਾ ਸੀ। ਇੰਨਾ ਬਲੀ ਯੋਧਾ ਸੂਰਮਾ ਸੀ ਪੈਂਦੇ ਖਾਨ। ਮੈਦਾਨੇ ਜੰਗ ਵਿੱਚ ਜਦੋਂ ਸਤਿਗੁਰੂ ਜੀ ਦਾ ਸਾਹਮਣਾ ਹੋਇਆ ਤੇ ਇਹ ਸੋਚਦਾ ਸੀ ਕਿ ਮੈਂ ਸਤਿਗੁਰੂ ਦੇ ਨਾਲ ਕੁਸ਼ਤੀ ਕਰਦਾ ਰਿਹਾ, ਮੈਨੂੰ ਪਤਾ ਸਤਿਗੁਰੂ 'ਚ ਕਿੰਨਾ ਕਬਾਲਾ ਹੈ। ਬੜੇ ਹੰਕਾਰ ਵਿੱਚ ਆਇਆ ਸੀ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਫਿਰ ਵੀ ਉੱਤਮ ਯੋਧੇ ਦੀ ਇਹ ਕਰਮ ਧਰਮ ਦੀ ਪਾਲਣਾ ਕਰਦਿਆਂ ਹੋਇਆਂ ਆਖਿਆ, ਪੈਂਦੇ ਖਾਂ ਮਨ ਵਿੱਚ ਹਸਰਤ ਨਾ ਰਹਿ ਜਾਵੇ ਪਠਾਣਾ, ਪਹਿਲਾਂ ਵਾਰ ਕਰ ਲੈ। ਇਹਨੇ 1 2 3 ਵਾਰ ਸਤਿਗੁਰੂ ਦੇ ਉੱਤੇ ਕੀਤੇ। ਸਤਿਗੁਰੂ ਜੀ ਹਰ ਵਾਰ ਰੋਕਦੇ ਰਹੇ। ਫਿਰ ਸਤਿਗੁਰੂ ਜੀ ਕਹਿੰਦੇ ਪਠਾਣਾ ਹੁਣ ਕਲਮਾ ਪੜ੍ਹ ਲੈ, ਗੁਰੂ ਦਾ ਵਾਰ ਆਇਆ ਤੇਰੇ ਤੇ। ਸਤਿਗੁਰੂ ਜੀ ਨੇ ਫਿਰ ਕਹਿੰਦੇ ਐਸਾ ਕਹਿੰਦੇ ਜਨੇਊ ਵਾਰ ਕੀਤਾ। ਜਨੇਊ ਵਾਰ ਜਿਵੇਂ ਆਪਣੇ ਗਾਤਰਾ ਨਹੀਂ ਪਾਇਆ ਹੁੰਦਾ, ਇੱਧਰਲੇ ਮੋਢੇ ਤੋਂ ਲੈ ਕੇ ਹੇਠਾਂ ਤੱਕ ਕਮਰ ਤੱਕ ਸਤਿਗੁਰੂ ਜੀ ਨੇ ਚੀਰ ਕੇ ਸੁੱਟ ਦਿੱਤਾ ਮੈਦਾਨੇ ਜੰਗ ਵਿੱਚ। ਸੋ ਜਿਹੜਾ ਉੱਤਮ ਯੋਧਾ ਹੈ ਉਹ ਪਹਿਲਾਂ ਦੁਸ਼ਮਣ ਨੂੰ ਮੌਕਾ ਵੀ ਦੇਵੇ ਵਾਰ ਕਰਨ ਦਾ ਤੇ ਇਸੇ ਪ੍ਰਕਾਰ ਉਹਦੇ ਵਾਰਾਂ ਨੂੰ ਰੋਕੇ। ਇਸੇ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਜਿਹੜੇ ਯੋਧੇ ਹੈ ਭੱਟ ਸੂਰਮੇ ਹੈ, ਸੋ ਖਰੇ ਕਰੇ ਭੱਟ ਸੰਗ ਕੈ ਰੋਕੈ ਸ਼ਤਰਨ ਜੰਗ। ਖੜੇ ਕਰੇ ਮੈਦਾਨੇ ਜੰਗ ਵਿੱਚ ਸੂਰਮਿਆਂ ਯੋਧਿਆਂ ਨੂੰ ਬਰਾਬਰ ਆਪਣੇ ਨਾਲ, ਤੇ ਮੈਦਾਨੇ ਜੰਗ ਦੇ ਵਿੱਚ ਸਾਰਿਆਂ ਨੂੰ ਰੋਕ ਕੇ ਰੱਖੇ। ਕਹਿੰਦੇ ਜਿਹੜੇ ਵੀਰ ਜਿਹੜੇ ਯੋਧੇ ਮੈਦਾਨੇ ਜੰਗ ਦੇ ਵਿੱਚੋਂ ਪਲਾਇਨ ਕਰਨ ਭੱਜ ਜਾਣ, ਉਹਨਾਂ ਨੂੰ ਕਹਿੰਦੇ ਰੋਕੇ ਤੇ ਉਹਨਾਂ ਨੂੰ ਧੀਰਜ ਧਰਾਵੇ, ਹੌਸਲਾ ਦੇਵੇ। ਐਸੇ ਯੋਧੇ ਨੂੰ ਖਾਲਸਾ ਜੀ ਫਲ ਦੀ ਪ੍ਰਾਪਤੀ ਕੀ ਹੁੰਦੀ ਹੈ ਕਿ ਅਸਵਮੇਧ ਜੱਗ ਦਾ ਜਿੰਨਾ ਮਹਾਤਮ ਹੁੰਦਾ ਨਾ, ਉਸ ਪ੍ਰਕਾਰ ਦਾ ਉਹਨੂੰ ਕਹਿੰਦੇ ਫਲ ਪ੍ਰਾਪਤ ਹੁੰਦਾ ਹੈ। ਤੇ ਉਹਨੂੰ ਉੱਤਮ ਸੂਰਮਾ ਗਿਣਿਆ ਜਾਂਦਾ ਜਿਹੜਾ ਬੜਾ ਬਹਾਦਰ ਯੋਧਾ ਅਭੀਰ ਹੁੰਦਾ ਹੈ। ਹਾਂ, ਕਹਿੰਦੇ ਜਦੋਂ ਸੂਰਮਿਆਂ ਯੋਧਿਆਂ ਦੇ ਵਿੱਚ ਦੁਸ਼ਮਣ ਦੀਆਂ ਫੌਜਾਂ ਦੇ ਵਿੱਚ ਘੇਰਾ ਪੈ ਜਾਵੇ ਉਹਨੂੰ, ਤੇ ਕਹਿੰਦੇ ਉਸ ਵੇਲੇ ਦੁਸ਼ਮਣਾਂ ਨੂੰ ਮਾਰੇ ਵੀ ਤੇ ਉਹਨਾਂ ਦੇ ਪ੍ਰਹਾਰ, ਉਹਨਾਂ ਦੇ ਵਾਰ ਕੀਤੇ ਹੋਏ ਝੱਲੇ ਵੀ। ਇਸ ਪ੍ਰਕਾਰ ਕਹਿੰਦੇ ਉਹ ਅਛਾਏ ਲੋਕ ਦੇ ਵਿੱਚ ਪਹੁੰਚ ਜਾਂਦਾ ਸ਼ਹੀਦ ਹੋ ਕੇ। ਅਛਾਏ ਲੋਕ ਜਿਹਦਾ ਕਦੇ ਨਾਸ਼ ਨਹੀਂ ਹੁੰਦਾ। ਅਖੈ, ਅਖੈ ਨਾਮ ਹੈ ਜੋ ਨਾਸ਼ ਤੋਂ ਰਹਿਤ। ਖੈ ਨਾਮ ਨਾਸ਼ ਦਾ, ਐੜਾ ਅਗੇਤਰ ਲੱਗ ਗਿਆ ਤਾਂ ਅਖੈ ਉਲਟ ਬਣ ਗਿਆ, ਇਹਦਾ ਆਪੋਜਿਟ ਸ਼ਬਦ ਬਣ ਗਿਆ। ਅਖੈ ਜਿਹੜਾ ਨਾਸ਼ ਤੋਂ ਰਹਿਤ ਲੋਕ ਹੈ, ਸਵਰਗ ਲੋਕ ਹੈ, ਪਰਮਾਤਮਾ ਦਾ ਘਰ ਹੈ, ਉੱਥੇ ਪਹੁੰਚ ਜਾਂਦਾ ਤੇ ਤਨ ਦੇ ਸਾਰੇ ਕਲੰਕਾਂ ਨੂੰ ਖਤਮ ਕਰ ਜਾਂਦਾ ਹੈ। ਹਾਂ, ਕਲੀਬ ਨਾਮ ਖੁਸਰੇ ਦਾ ਵੀ ਹੈ ਤੇ ਕਲੀਬ ਨਾਮ ਕਾਇਰ ਦਾ ਵੀ ਹੈ।
ਕਹਿੰਦੇ ਕਦੇ ਵੀ ਕੈਰਾਂ ਵਾਲੇ ਵਾਕ ਨਾ, ਕੈਰਾਂ ਵਾਲੀਆਂ ਗੱਲਾਂ ਨਾ ਕਰੇ, ਤੇ ਜਿਹੜਾ ਕਦੇ ਮੈਦਾਨੇ ਜੰਗ ਵਿੱਚ ਵਿਆਕੁਲ ਨਾ ਹੋਵੇ। ਤੇ ਜਿਹੜਾ ਯੋਧਾ ਸੂਰਮਾ ਕਹਿੰਦੇ ਅਸਤਰਾਂ ਸ਼ਾਸਤਰਾਂ ਨੂੰ ਨਾ ਗਿਣੇ, ਵੀ ਸਾਹਮਣੇ ਵਾਲੀ ਫੌਜ ਦੇ ਕੋਲ, ਦੁਸ਼ਮਣ ਕੋਲ ਕਿੱਡੇ ਕੁ ਤਕੜੇ ਹਥਿਆਰ ਹੈ, ਕਿੱਡੀ ਕੁ ਵੱਡੀ ਫੌਜ ਹੈ, ਬਸ ਆਪਣੇ ਮਨ ਦੇ ਵਿੱਚ ਰੋਸ ਧਾਰਨ ਕਰਕੇ, ਵੀਰ ਰਸ ਧਾਰਨ ਕਰਕੇ ਮਰਨ ਮਾਰਨ ਦੀ ਹੀ ਗੱਲ ਕਰੇ। ਕਹਿੰਦੇ ਮਰਨ ਦੇ ਵਿੱਚ ਜਿਹਦਾ ਨਿਸ਼ਚਾ, ਜਿਹੜਾ ਇਹ ਗੱਲ ਜਾਣਦਾ ਹੈ ਕਿ ਮੌਤ ਤਾਂ ਇੱਕ ਨਾ ਇੱਕ ਦਿਨ ਆਉਣੀ ਹੀ ਹੈ, ਜਿਸ ਯੋਧੇ ਸੂਰਮੇ ਦਾ ਮਰਨ ਦੇ ਵਿੱਚ ਨਿਸ਼ਚਾ ਹੈ ਔਰ ਰਣ ਪ੍ਰਿਆ ਜਿਹਨੂੰ ਮੈਦਾਨੇ ਜੰਗ ਦੇ ਵਿੱਚ ਲੜਨਾ ਜੂਝਣਾ ਚੰਗਾ ਲੱਗਦਾ, ਤੇ ਜਿਹੜਾ ਧੀਰਜ ਹੌਸਲੇ ਦੇ ਸਮੇਤ ਹੈ। ਫਿਰ ਕਹਿੰਦਾ ਜਿਹੜਾ ਆਪਣੇ ਪ੍ਰਾਣਾਂ ਨੂੰ ਪਿਆਰੇ ਨਹੀਂ ਕਰਦਾ, ਜਿਹਨੂੰ ਆਪਣੀ ਜਿੰਦ ਪਿਆਰੀ ਨਹੀਂ ਲੱਗਦੀ, ਤੇ ਧਰਮ ਦੇ ਹੇਤ ਲੜਦਾ ਹੈ, ਜਿਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾੜੈ ਖੇਤ। ਐਸਾ ਯੋਧਾ ਹੋਣਾ ਚਾਹੀਦਾ ਹੈ। ਕਹਿੰਦੇ ਜਿਹੜਾ ਲੜੇ ਤਾਂ ਧਰਮ ਦੀ ਖਾਤਰ ਲੜੇ, ਔਰ ਮੈਦਾਨੇ ਜੰਗ ਵਿੱਚ ਪੈਰ ਗੱਡ ਕੇ ਖੜ ਜਾਵੇ। ਤੇ ਇਹ ਸ਼ਬਦ ਪਤਾ ਕਿਹਦੇ ਹੈ? ਭਗਤ ਬਾਬਾ ਕਬੀਰ ਸਾਹਿਬ ਜੀ ਦੇ ਹੈ, ਜਿਨ੍ਹਾਂ ਨੇ ਕਦੇ ਸ਼ਸਤਰ ਚੁੱਕਿਆ ਨਹੀਂ ਸੀ, ਪਰ ਵੇਖੋ ਕਿੰਨੇ ਵੱਡੀ ਕਿਰਪਾ ਕਰ ਗਏ। ਜਦੋਂ ਵੀ ਕਿਤੇ ਲੜਾਈ ਦੀ, ਮੈਦਾਨੇ ਜੰਗ ਵਿੱਚ ਜਾਣ ਦੀ, ਯੋਧਿਆਂ ਵਿੱਚ ਵੀਰ ਰਸ ਭਰਨ ਦੀ ਗੱਲ ਹੁੰਦੀ ਹੈ, ਤੇ ਉਹ ਭਗਤ ਬਾਬਾ ਕਬੀਰ ਸਾਹਿਬ ਦਾ ਸ਼ਬਦ ਪੜ੍ਹ ਕੇ ਮੈਦਾਨੇ ਜੰਗ ਦੇ ਵਿੱਚ ਸੂਰਮੇ ਜੂਝਦੇ ਹੈ। ਜਿਸ ਭਗਤ ਕਬੀਰ ਜੀ ਨੇ ਆਪ ਹੀ ਬਚਨ ਲਿਖੇ ਹੈ ਕਿ ਸਾਡੀ ਜਿਹੜੀ ਜੁਲਾਹਾਂ ਦੀ ਜਾਤ ਆ ਨਾ, ਸਾਡੀ ਛੋਟੀ ਬੁੱਧੀ ਕਰਕੇ ਲੋਕ ਸਾਡੇ ਤੇ ਹੱਸਦੇ ਸੀ। ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇਹਾਰ, ਸਾਡੀ ਜਾਤੀ ਤੇ ਤਾਂ ਕਹਿੰਦੇ ਹਰੇਕ ਹੀ ਹੱਸਦਾ ਸੀ, ਸਾਨੂੰ ਮਖੌਲ ਕਰਦੇ ਸਨ। ਉਹ ਬਾਬਾ ਕਬੀਰ ਸਾਹਿਬ ਜੀ ਦੇ ਇਹ ਬਹੁਤ ਸੂਰਮਿਆਂ ਯੋਧਿਆਂ ਵਾਲੇ ਜਿਹੜੇ ਬਚਨ ਹਨ। ਸੋ ਇਸ ਪ੍ਰਕਾਰ ਦਾ ਜਿਹੜਾ ਸੂਰਮਾ ਮੈਦਾਨੇ ਜੰਗ ਦੇ ਵਿੱਚ ਧਰਮ ਦੇ ਹੇਤ ਜੂਝਦਾ ਹੈ। ਸੋ ਇਸ ਪ੍ਰਕਾਰ ਮੈਦਾਨੇ ਜੰਗ ਦੇ ਵਿੱਚ ਬਹੁਤ ਸਾਰੀਆਂ ਫੌਜਾਂ, ਚਮੂ ਬਿਊ ਕਹਿੰਦੇ ਹੈ, ਕੋਈ ਬਾਕਾਇਦਾ ਇੱਕ ਦਸਤਾ ਜਿਹੜਾ ਤਿਆਰ ਕੀਤਾ ਹੋਵੇ ਮੈਦਾਨੇ ਜੰਗ ਦੇ ਵਿੱਚ ਜਾਣ ਦਾ। ਇਹ ਤਰੀਕਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸਦੇ ਹੈ ਕਿ ਅੱਗੇ ਕਹਿੰਦੇ ਬਾਕਾਇਦਾ ਇੱਕ ਚੰਗਾ ਫੌਜੀਆਂ ਦਾ, ਚੰਗੇ ਲੜਾਕੇ ਯੋਧਿਆਂ ਦਾ ਦਸਤਾ ਤਿਆਰ ਕੀਤਾ ਹੋਵੇ, ਮੈਦਾਨੇ ਜੰਗ ਵਿੱਚ ਸ੍ਰੇਸ਼ਟ ਸੂਰਮੇ ਠਹਿਰਾਵੇ, ਸ੍ਰੇਸ਼ਟ ਸੂਰਮਿਆਂ ਨੂੰ ਅੱਗੇ ਲਾਇਆ ਜਾਵੇ। ਹਾਂ, ਕਹਿੰਦੇ ਜਿਹੜੇ ਯੋਧੇ ਹੋਣ ਨਾ ਅੱਗੇ ਲੱਗੇ ਹੋਏ, ਸਾਰੇ ਇੱਕ ਜੋੜ ਦੇ ਹੋਣ, ਇੱਕ ਜੋਰ, ਇੱਕ ਬਰਾਬਰ ਦੇ ਉਹਨਾਂ ਦੇ ਵਿੱਚ ਭਾਵਨਾ ਹੋਵੇ ਵੀ ਮੈਦਾਨੇ ਜੰਗ ਦੇ ਵਿੱਚ ਜਾ ਕੇ ਜੂਝਣਾ। ਇਹ ਨਾ ਹੋਵੇ ਵੀ ਕਈ ਉਹਨਾਂ 'ਚੋਂ ਡਰਨ ਜੇ ਵਾਲੇ ਹੋਣ ਤੇ ਦੂਜਿਆਂ ਦਾ ਵੀ ਹੌਸਲਾ ਡੇਗੀ ਜਾਣ ਵੀ ਹਾਏ ਮਰ ਗਏ, ਮਾਰੇ ਜਾਵਾਂਗੇ। ਕਹਿੰਦੇ ਇੱਕ ਜੋੜ ਦੇ ਯੋਧੇ ਹੋਣ ਜਦੋਂ ਮੈਦਾਨੇ ਜੰਗ ਦੇ ਵਿੱਚ ਅਗਲੇ ਪਾਸੇ ਜਾਣ, ਤੇ ਵਿੱਚ ਤੇ ਭੱਜਿਆ ਨਾ ਭੀਰ, ਕੋਈ ਇਹੋ ਜਿਹਾ ਨਾ ਹੋਵੇ ਜਿਹੜਾ ਵਿੱਚ ਵਿਚਾਲਿਓ ਭੱਜੇ ਕਾਇਰ ਹੋ ਕੇ। ਇਸ ਤਰ੍ਹਾਂ ਦਾ ਕੋਈ ਸੂਰਮਾ ਯੋਧਾ ਨਾ ਮੈਦਾਨੇ ਜੰਗ ਵਿੱਚ ਹੋਵੇ। ਜੇ ਮੈਦਾਨੇ ਜੰਗ ਦੇ ਵਿੱਚ ਜੰਗ ਤੁਸੀਂ ਜਿੱਤਣੀ ਹੈ, ਸਤਿਗੁਰੂ ਜੀ ਇਹ ਜੰਗ ਜਿੱਤਣ ਦੇ ਗੁਰ ਦੱਸ ਰਹੇ ਆ। ਪਹਿਲਾਂ ਦੱਸਿਆ ਵੀ ਹਥਿਆਰ ਪਹਿਨ ਕੇ ਰੱਖੋ, ਸ਼ਸਤਰ ਵਿੱਦਿਆ ਲਓ, ਤੇ ਫਿਰ ਦੱਸਿਆ ਵੀ ਯੋਧਾ ਸੂਰਮਾ ਹੁੰਦਾ ਕਿਹੋ ਜਿਹਾ। ਤੇ ਫਿਰ ਹੁਣ ਸਤਿਗੁਰੂ ਜੀ ਦੱਸ ਰਹੇ ਆ ਮੈਦਾਨੇ ਜੰਗ ਵਿੱਚ ਜਿੱਤਣ ਦੀ, ਜਿੱਤ ਪ੍ਰਾਪਤ ਕਰਨ ਦੀ, ਫਤਿਹ ਪ੍ਰਾਪਤ ਕਰਨ ਦੀ ਤਕਨੀਕ ਕੀ ਆ, ਉਹ ਤਕਨੀਕ ਸਤਿਗੁਰੂ ਜੀ ਸਮਝਾ ਰਹੇ ਆ। ਸੋ ਇੱਥੇ ਹੀ ਆਪਾਂ ਇਸ ਪ੍ਰਸੰਗ ਨੂੰ ਵਿਸ਼ਰਾਮ ਦੇਵਾਂਗੇ। ਇੱਕ ਦੋ ਵਿਚਾਰਾਂ ਆਪਾਂ ਥੋੜ੍ਹੇ ਜਿਹੇ ਟਾਈਮ ਵਿੱਚ ਹੋਰ ਕਰਕੇ ਫਿਰ ਸਮਾਪਤੀ ਕਰ ਦੇਣੀ ਹੈ। ਬਾਕੀ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਜੀ ਸਰਵਣ ਕਰੋਗੇ। ਆਪਾਂ ਇੱਕ ਦੋ ਦਿਨ ਪਹਿਲਾਂ ਦ੍ਰਿਸ਼ਟਕੂਟਾਂ ਸੁਣਾਈਆਂ ਸਨ ਦੀਵਾਨ ਦੇ ਵਿੱਚ। ਸੋ ਉਹ ਕਈ ਸਿੰਘਾਂ ਨੇ ਦੁਬਾਰਾ ਹੁਕਮ ਕੀਤਾ ਸੀ। ਉਹਨਾਂ ਨੂੰ ਖੈਰ ਹਰ ਇੱਕ ਦੀ ਆਪੋ ਆਪਣੀ ਮੱਤ ਹੁੰਦੀ ਹੈ, ਇਹ ਤਾਂ ਨਹੀਂ ਉਹਨਾਂ ਨੇ ਕਿਹਾ ਵੀ ਦ੍ਰਿਸ਼ਟਕੂਟਾਂ ਦੁਬਾਰਾ ਸੁਣਾਓ। ਉਹ ਕਹਿੰਦੇ ਜੀ ਜਿਹੜਾ ਤੁਸੀਂ ਦਹੀਂ ਭੱਲਿਆਂ ਵਾਲੀ ਕਹਾਣੀ ਸੁਣਾਈ ਸੀ ਨਾ, ਕਹਿੰਦੇ ਉਹ ਦੁਬਾਰਾ ਸੁਣਾਓ। ਉਹ ਖੈਰ ਉਹ ਦਹੀਂ ਭੱਲੇ ਦੀ ਕੋਈ ਕਹਾਣੀ ਨਹੀਂ ਸੀ, ਅਸਲ ਵਿੱਚ ਉਹ ਦ੍ਰਿਸ਼ਟਕੂਟ ਸੀ। ਦ੍ਰਿਸ਼ਟਕੂਟ ਉਹਨੂੰ ਕਹਿੰਦੇ ਆ ਖਾਲਸਾ ਜੀ, ਜਿਸ ਸ਼ਬਦ ਨੂੰ ਪੜ੍ਹਨ ਵੇਲੇ ਨਾ ਸਾਡੀ ਦ੍ਰਿਸ਼ਟੀ, ਸਾਡੀ ਬੁੱਧੀ ਚਾਰੇ ਕੂਟਾਂ ਵਿੱਚ, ਚਾਰੇ ਦਿਸ਼ਾਵਾਂ ਵਿੱਚ ਘੁੰਮ ਜਾਵੇ, ਮਤਲਬ ਆਪਾਂ ਨੂੰ ਅਰਥ ਦਾ ਨਾ ਪਤਾ ਲੱਗੇ ਵੀ ਇਹਦਾ ਅਰਥ ਕੀ ਬਣ ਗਿਆ।
ਜਾਂ ਜਿਹੜੀਆਂ ਦ੍ਰਿਸ਼ਟਕੂਟਾਂ ਹੁੰਦੀਆਂ, ਇਹਨੂੰ ਬੁਝਾਰਤ ਕਹਿ ਲਓ, ਮੁੰਦਾਵਣੀ ਕਹਿ ਲਓ, ਜਾਂ ਪਰਹੇਲਕਾ ਪਹੇਲੀ ਕਹਿ ਲਓ। ਸ਼ਬਦ ਦੇ ਵਿੱਚ ਹੀ ਪ੍ਰਸ਼ਨ ਕੀਤਾ ਹੁੰਦਾ ਅਤੇ ਉਹਦੇ ਵਿੱਚ ਹੀ ਉਹਦਾ ਉੱਤਰ, ਉਹਦਾ ਆਨਸਰ ਲੁਕਿਆ ਹੁੰਦਾ। ਖੈਰ ਓਪਰੀ ਨਜ਼ਰੇ ਉਹਨੂੰ ਪੜ੍ਹਾਂਗੇ ਤਾਂ ਪਤਾ ਨਹੀਂ ਲੱਗਦਾ ਹੁੰਦਾ, ਜਦੋਂ ਵਿਚਾਰ ਕੇ ਪੜ੍ਹੀਏ, ਉਹਦਾ ਅਰਥ ਕਰੀਏ ਤਾਂ ਅਰਥ ਦੇ ਵਿੱਚੋਂ ਉਹ ਸਵਾਲ ਦਾ ਜਵਾਬ ਮਿਲ ਜਾਂਦਾ ਹੈ। ਜਿਵੇਂ ਕਹਿੰਦੇ ਨਿਹੰਗ ਸਿੰਘਾਂ ਵਾਲਾ ਆਪਾਂ ਸ਼ਬਦ ਪੜ੍ਹਿਆ ਸੀ, ਨਿਰਮਲ ਕੇ ਵਹਿ ਅਗਰ ਮੈਂ, ਨਿਰਮਲ ਕੇ ਵਹਿ ਆਦਮੇ ਰਹਿਤੋ ਬੀਚ ਬਿਹੰਗ। ਨਿਰਮਲ ਦੇ ਕਹਿੰਦੇ ਅੱਗੇ ਅਤੇ ਬਿਹੰਗ ਦੇ ਵਿਚਕਾਰ ਜਿਹੜਾ ਰਹਿੰਦਾ। ਜੰਗ ਅੰਤ ਮੈਂ ਪੇਖੀਅਤ ਬੂਝ ਪ੍ਰਸ਼ਨ ਪ੍ਰਸੰਗ। ਹੁਣ ਇਹ ਇੱਕ ਦ੍ਰਿਸ਼ਟਕੂਟ ਹੈ। ਜਦੋਂ ਆਪਾਂ ਇਸ ਤਰ੍ਹਾਂ ਪੜ੍ਹਾਂਗੇ ਤਾਂ ਅਰਥ ਦਾ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਨਿਰਮਲ ਦੇ ਆਦਿ ਵਿੱਚ ਕੌਣ ਰਹਿੰਦਾ, ਬਿਹੰਗ ਦੇ ਵਿਚਕਾਰ ਕੌਣ ਰਹਿੰਦਾ ਹੈ, ਅਤੇ ਇਸੇ ਪ੍ਰਕਾਰ ਜੰਗ ਦੇ ਅੰਤ ਵਿੱਚ ਕਿਹਨੂੰ ਦੇਖਿਆ ਜਾਂਦਾ ਹੈ। ਜਦੋਂ ਇਹਨੂੰ ਖੋਲਾਂਗੇ ਤਾਂ ਫਿਰ ਇਹਦਾ ਅਰਥ ਬਣੇਗਾ ਕਿ ਨਿਰਮਲ ਕੇ ਵਹਿ ਆਦਿ ਮੈਂ। ਨਿਰਮਲ ਦੇ ਆਦਿ ਵਿੱਚ ਭਾਵ ਆਰੰਭ ਵਿੱਚ, ਨਿਰਮਲ ਦੇ ਆਦਿ ਵਿੱਚ ਆਰੰਭ ਵਿੱਚ ਕੀ ਹੈ? ਨੰਨੇ ਨੂੰ ਸਿਹਾਰੀ। ਇੱਥੋਂ ਆਪਾਂ ਲੈ ਲੈਣੀ ਹੈ ਨੰਨੇ ਨੂੰ ਸਿਹਾਰੀ। ਥੋੜ੍ਹਾ ਜਿਹਾ ਧਿਆਨ ਦੇ ਕੇ ਸੁਣਿਓ। ਨਿਰਮਲ ਕੇ ਵਹਿ ਆਦਿ ਮੈਂ ਔਰ ਰਹਿਤੋ ਬੀਚ ਬਿਹੰਗ। ਬਿਹੰਗ ਦੇ ਬੀਚ ਭਾਵ ਵਿਚਕਾਰ ਰਹਿੰਦਾ ਹੈ। ਹੁਣ ਬੱਬੇ ਨੂੰ ਸਿਹਾਰੀ, ਹਾਹੇ ਅਤੇ ਟਿੱਪੀ ਗੱਗਾ ਬਿਹੰਗ ਹੈ। ਬਿਹੰਗ ਦੇ ਵਿਚਕਾਰ ਕੀ ਹੈ ਜੀ? ਹਾਹੇ ਨੂੰ ਟਿੱਪੀ। ਨੰਨੇ ਨੂੰ ਸਿਹਾਰੀ ਲੈ ਲਈ ਨਿਰਮਲ ਦੇ ਆਦਿ ਵਿੱਚੋਂ, ਬਿਹੰਗ ਦੇ ਵਿਚਕਾਰੋਂ ਹਾਹੇ ਅਤੇ ਟਿੱਪੀ ਲੈ ਲਈ। ਅਤੇ ਇਸੇ ਤਰ੍ਹਾਂ ਜੰਗ ਅੰਤ ਮੈਂ ਪੇਖੀਅਤ ਬੂਝ ਪ੍ਰਸ਼ਨ ਪ੍ਰਸੰਗ। ਜੰਗ ਦੇ ਅੰਤ ਵਿੱਚ ਦੇਖੀਦਾ, ਜੱਜੇ ਅਤੇ ਟਿੱਪੀ ਗੱਗਾ ਜੰਗ ਲਿਖਦੇ ਆ, ਉਹਦੇ ਅੰਤ ਵਿੱਚ ਕੀ ਆ? ਗੱਗਾ। ਨਿਰਮਲ ਦੇ ਨੰਨੇ ਨੂੰ ਸਿਹਾਰੀ ਲੈ ਲਈ, ਬਿਹੰਗ ਦੇ ਵਿਚਕਾਰੋਂ ਹਾਹੇ ਨੂੰ ਟਿੱਪੀ ਲੈ ਲਈ, ਅਤੇ ਜੰਗ ਦੇ ਅੰਤ ਵਾਲਾ ਗੱਗਾ ਲੈ ਲਿਆ, ਬਣ ਗਿਆ ਇਹ ਨਿਹੰਗ। ਇਹਨੂੰ ਕਹਿੰਦੇ ਦ੍ਰਿਸ਼ਟਕੂਟ। ਸਵਾਲ ਵੀ ਵਿੱਚ ਹੈ ਅਤੇ ਜਵਾਬ ਵੀ ਵਿੱਚ ਹੈ। ਸੋ ਉਹ ਜਿਹੜੀ ਗੱਲ ਸੀ ਦਹੀਂ ਭੱਲਿਆਂ ਵਾਲੀ, ਉਹ ਇਸ ਤਰ੍ਹਾਂ ਸੀ, ਕਿਉਂਕਿ ਬਹੁਤ ਸਾਰੇ ਧਰਮ ਗ੍ਰੰਥਾਂ ਵਿੱਚ, ਵਿਸ਼ੇਸ਼ ਕਰਕੇ ਮਹਾਭਾਰਤ ਦੇ ਵਿੱਚ ਔਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਦ੍ਰਿਸ਼ਟਕੂਟਾਂ ਆਉਂਦੀਆਂ। ਉਹ ਇਸ ਤਰ੍ਹਾਂ ਸੀ ਜਿਹੜਾ ਸਾਰਾ ਸ਼ਬਦ ਕਿ ਪਹਿਲੇ ਥੇ ਹਮ ਮਰਦ ਫੇਰ ਹਮ ਨਾਰ ਕਹਾਏ, ਕਰ ਗੰਗਾ ਇਸ਼ਨਾਨ ਪਾਪ ਸਭ ਦੂਰ ਬਹਾਏ, दार सिला के बीच मो हमरो मर्दन कीन, करके हमरे पाप डार टटरमो दीन, वहाँ बसे बहु काल फेर हम रंग वटाए, निकल आए जब बाहर फेर हम भले कहाए। हुण एक छोटी जी कविता, छोटा जिहा बंद शब्द है, ये जे आपां अखरी अर्थ विचारांगे तो ये बनेगा कि पहले थे हम मर्द फेर हम नार कहाए। पहला असी मर्द सी, फिर असी इस्त्री बीबी कहाउण लग पे। कर गंगा इशनान पाप सब दूर हटाए, दूर बहाए। कहते जदों असी गंगा विच इशनान कर लिया, साडे सारे पाप दूर हो गए, असी निर्मल उजले हो गए। तो इस तरह दार सिला के बीच मो हमरो मर्दन कीन। कहते दार सिला पहाड़ी दे विच कहते सानू चंगी तरह मलिया गया, हमरो मर्दन कीन, वहाँ करके हमरे पाप डार टटरमो दीन। कहते फिर सानू पाप पैरों तो फड़ के कहते कड़ाहे दे विच पा दिता गया, तेल वाले च। वहाँ बसे बहु काल फिर हम रंग वटाए, असी बहुत समा उत्थे रहे, फिर कहते असी अपना रूप रंग जा वटा लिया। निकल आए जब बाहर फिर हम भले कहाए। कहते जदों असी बाहर आ गए फिर असी फिर चंगे भले हो गए, फिर असी बहुत उज्जल स्वच्छ हो गए, चंगे भले कहाउण लग पे। ये तो है कि अखरी अर्थ, पर जिहड़ी असल कहानी है ये हैगी दही भल्लियां दी। वो दही भल्ले का सफ़र है भी मैं किवें किवें बनिया। कहते पहले थे हम मर्द फिर हम नार कहाए। पहला माह सी, माहां दी दाल हुंदी है ना, माह जदों वो साबते हुंदे उदों आपां उहनूं कहंदे आ माह, जदों दले जांदे फिर दाल बन जाती है। माह मर्द सी, जदों दलिया गया तो दाल बन गई, इस्त्री बन गया। पहले थे हम मर्द फिर हम नार कहाए, कर गंगा इशनान पाप सब दूर बहाए। कहते जदों असी गंगा च इशनान किया, भाव बीबियां ने रात के समय सानू भिओं के रखिया तो साढ़े सारे पाप लह गए। पहला असी काले जे सी, तो जदों उत्तों छिलका लह गया असी कहते चिट्टे गोरे निकल आए। कर गंगा इशनान पाप सब दूर बहाए, दार सिला के बीच मो हमरो मर्दन कीन। दार सिला भाव वो जिहड़ा पत्थर सी उहदे विच चक्की दे विच कहते जदों पीसिया गया,
ਹਮਰੋ ਮਰਦਨ ਕੀਨ, ਕਹਿੰਦੇ ਸਾਨੂੰ ਮਲ ਦਿੱਤਾ ਗਿਆ, ਚੰਗੀ ਤਰ੍ਹਾਂ ਆਟਾ ਬਣਾ ਲਿਆ ਗਿਆ ਮਾਹਾਂ ਦਾ। ਮਾਹਾਂ ਨੂੰ ਥੋੜ੍ਹਾ ਰਗੜਿਆ ਤਾਂ ਮਾਹਾਂ ਦੀ ਦਾਲ ਬਣ ਗਈ, ਦਾਲ ਤੋਂ ਕਹਿੰਦੇ ਆਟਾ ਬਣ ਗਿਆ। ਫਿਰ ਉਸ ਤੋਂ ਬਾਅਦ ਕੀ ਹੋਇਆ, ਕਰਕੇ ਹਮਰੇ ਪਾਵ ਢਾਰ ਟਟਰਮੋ ਦੀਨ, ਕਹਿੰਦੇ ਫਿਰ ਉਹ ਟਿੱਕੀਆਂ ਜਿਹਾ ਬਣਾ ਕੇ ਛੋਟੀਆਂ ਛੋਟੀਆਂ ਉਹਨੂੰ ਗੁੰਨ ਕੇ ਨਾ ਆਟੇ ਨੂੰ ਟਿੱਕੀਆਂ ਜਿਹਾ ਬਣਾ ਕੇ ਤੇ ਫਿਰ ਕਹਿੰਦੇ ਤੇਲ ਵਾਲੇ ਕੜਾਹੇ ਵਿੱਚ ਛੱਡ ਦਿੱਤੀਆਂ। ਵਹਾਂ ਬਸੇ ਬਹੁ ਕਾਲ ਫੇਰ ਹਮ ਰੰਗ ਵਟਾਏ, ਕਹਿੰਦੇ ਅਸੀਂ ਫਿਰ ਉੱਥੇ ਬਹੁਤ ਸਮਾਂ ਰਹੇ ਤੇ ਅਸੀਂ ਆਪਣਾ ਰੰਗ ਜਿਹਾ ਵਟਾ ਲਿਆ। ਚਿੱਟੇ ਰੰਗ ਤੋਂ ਅਸੀਂ ਥੋੜ੍ਹੇ ਹਲਕੇ ਭੂਰੇ ਜਿਹੇ ਹੋ ਗਏ, ਲਾਲ ਜਿਹੇ ਰੰਗ ਦੇ ਹੋ ਗਏ। ਨਿਕਲ ਆਏ ਜਬ ਬਾਹਰ ਫੇਰ ਹਮ ਭੱਲੇ ਕਹਾਏ, ਕਹਿੰਦੇ ਜਦੋਂ ਅਸੀਂ ਬਾਹਰ ਨਿਕਲ ਆਏ ਨਾ ਫੇਰ ਹਮ ਭੱਲੇ ਕਹਾਏ, ਫਿਰ ਕਹਿੰਦੇ ਸਾਨੂੰ ਦਹੀਂ ਭੱਲੇ ਕਿਹਾ ਜਾਣ ਲੱਗ ਪਿਆ। ਇਹ ਦ੍ਰਿਸ਼ਟਕੂਟ ਹੈ, ਅੱਖਰੀ ਅਰਥ ਕੁਝ ਹੋਰ ਲੱਗਦਾ, ਪਰ ਜਦੋਂ ਵਿਚਾਰ ਕੇ ਪੜ੍ਹਦੇ ਹਾਂ ਤਾਂ ਫਿਰ ਇਹਦਾ ਅਰਥ ਹੋਰ ਹੁੰਦਾ ਹੈ। ਸੋ ਇਹ ਭਾਈ ਦਹੀਂ ਭੱਲੇ ਦੀ ਕੋਈ ਕਹਾਣੀ ਨਹੀਂ ਸੀ, ਇਹ ਦ੍ਰਿਸ਼ਟਕੂਟਾਂ ਨੂੰ ਸਮਝਾਉਣ ਵਾਸਤੇ ਇਹ ਪ੍ਰਮਾਣ ਦਿੱਤੇ ਸੀ। ਸੋ ਇਸ ਪ੍ਰਕਾਰ ਜਿਹੜੀ ਵਿੱਦਿਆ ਹੈ ਇਹ ਬਹੁਤ ਪਰੇ ਤੋਂ ਪਰੇ ਪਈ ਹੈ। ਬਹੁਤ ਵਿਦਵਾਨ ਲੋਕ ਜਿਹੜੇ ਹੈ ਉਹ ਆਪੋ ਆਪਣੇ ਤਰੀਕਿਆਂ ਦੇ ਨਾਲ ਛੰਦਾਬੰਦੀ ਦਾ ਵਰਣਨ ਕਰਦੇ ਹੈ। ਸੋ ਅੱਜ ਦੀ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਣ।